ਦਇਆ ਟਹਿ ਪਏ ਦੁਆਰਿਆ, ਰਖ ਲੇਵੋ ਦੀਨ ਦਿਆਲ, ਪਰਮਤ ਬੋਹਾਰਿਆ। ਭਗਤ ਵਛਲ ਤੇਰਾ ਵਿਰਦ, ਹਰ ਪਤਤ ਉਦਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਇ ਸਾਰਿਆ। ਕਰ ਗਏ ਲਿਓ ਦਿਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। माधो हम ऐसे तुम ऐसा, हम पापी तुम पाप खंडन। नीको ठाकुर देसा, तुम सब साजे साजन वाजे। जियो पिंड दे प्राणा, निर्गुण यारे गुण नहीं कोई। तुम दान दो मेहरबाना, तुम करो भला हम भलो न जान है। तुम सदा सदा दयाला, तुम सुखदाई पुरख विधाते। तुम राखो अपने बाला, तुम निदान अटल सुल्तान। जी जब सब जाचै, कहो नानक हम यह हवाला। राग संतन कै पाछै, धर्मा दे ठाडे दरबार। तुझ बिन सुरत करे गो मेरी, दर्शन दीजै खोल किवार। तुम तन तनी उदार त्यागी, सरवण सुन सजस तुमार। मांगो काहे रंग सब देखो, तुम ही ते मेरो निस्तार। जय देव नामा बेपुस धामा, तिनको कृपा पई है अपार। कह कबीर तुम समर्थ दाते, चार पदार्थ देत न वार। फिरत फिरत प्रभ आया, परया तो सरनाए। नानक की प्रभ बेनती, अपनी भगति लाए। सगल द्वार को छाड़ के, गयो तुहारो द्वार। बाहे गए की लाज अस, गोविंद दास तुहार। जा में अमृत ज्ञान है, मानक भगत बैराग। श्री गुरु ग्रंथ साहिब उदद, बंधों कर अनुराग। जा में अमृत ज्ञान है, मानक भगत बैराग। श्री गुरु ग्रंथ साहिब उदद, बंधों कर अनुराग। माज महला पंजवा, घर चौथा। एक ओंकार सतगुरु प्रसाद, किरत कर्म के विछड़े। वाहिगुरु जी का खालसा, वाहिगुरु जी की फतेह। सतगुरां दी साजी और नवाजी, परम पो सन्मानयोग खालसा साध संगत जियो। वाहिगुरु की किरपा है, बहुत दूर दूर तो प्रेमी जन बड़ी श्रद्धा प्रेम नाल जो महापुरख तत्त बेते ब्रह्म ज्ञानी ਗਿਆਨੀ ਮੋਹਨ ਸੂਤਰ ਮਹਾਤਮਾ ਤੋਂ ਕਥਾਵਾਂ ਸੁਣਦੇ ਰਹੇ। ਉਹਨਾਂ ਦਾ ਆਸਰਾ ਪ੍ਰਭਾਵ ਹੈ। ਉਹਨਾਂ ਕਥਾ ਸੁਣੀ ਨਵੀਂ ਤਾਜ਼ੀ ਕਰਨ ਵਾਸਤੇ ਬੜੇ ਪ੍ਰੇਮ ਨਾਲ ਪੁੱਜ ਰਹੇ ਹਨ। ਚੇਤ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਜੋੜ ਮੇਲਾ ਸੀ। ਸੰਗਤਾਂ ਬਹੁਤ ਦੂਰ ਦੂਰ ਤੋਂ ਧੰਨੇ ਕੇਵ ਗੈਰ ਇਲਾਕਿਆਂ ਤੋਂ ਪੁੱਜੀਆਂ ਹੋਈਆਂ ਹਨ। बड़ा समुदाय इकट्ठ है। महाराज सच्चे पातशाह जिथे कथा हाल है उत्थां सुभाईमान हैं। संगमरमर दी मंजी साहब जिथे बनी हुई है। महाराज पातशाह सिंहासन ते विराजमान हैं।
ਉਹ ਬ੍ਰਾਹਮਣ ਵਿਦਵਾਨ ਨਵੇਂ ਵਾਸਤੋਂ ਵਸੀ ਸੀ, ਇੱਥੇ ਆ ਕੇ ਰਹਿਣ ਲੱਗ ਪਿਆ। ਉਹ ਮਹੀਨੇ ਦਾ ਭਲਾ ਦੇਸ਼ ਨਿਰਣਾ ਵਿਚਾਰ ਕਰਕੇ ਸੰਗਤਾਂ ਨੂੰ ਸੁਣਾਉਂਦਾ ਸੀ। ਉਸ ਨੂੰ ਸੰਗਤਾਂ ਟਕਾ ਪੈਸਾ ਦੇ ਦਿੰਦੀਆਂ, ਉਹ ਚੰਗਾ ਗੁਜ਼ਾਰਾ, ਉਹਦੇ ਕੋਲ ਕੋਈ ਮਾਇਆ ਵੀ ਹੋ ਗਈ, ਉਹ ਮਾਨੀ ਹੋ ਗਿਆ। ਅੱਜ ਦੇ ਦਿਨ ਜਿਵੇਂ ਆਪਾਂ ਚੇਤ ਦੇ ਮਹੀਨੇ ਸੰਗਰਾਂਦ ਮਨਾ ਰਹੇ ਹਾਂ, ਬੜੇ ਪ੍ਰੇਮ ਸ਼ਾਹ ਨਾਲ ਗਹਿਮਾ ਗਹਿਮ ਹਨ। ਤਾਰਕਾ ਮੰਡਲ ਜਨਕ ਮੋਤੀ, ਜਿਵੇਂ ਚੰਦਰਮਾ ਨੂੰ ਅਵੇੜਤ ਤਾਰਾ ਮੰਡਲ ਵਾਲੇ ਵਾਲੇ ਸਬਾਈਮਾਨ ਹਨ, ਇਸ ਤਰ੍ਹਾਂ ਮਹਾਂਪੁਰਖ ਚੰਦਰਮਾ ਵਾਂਗ ਰੱਬ ਰੂਪ ਪੰਜਵੇਂ ਪਾਤਸ਼ਾਹ ਬੜੇ ਬੜੇ ਕਰਨੀਆਂ ਵਾਲੇ ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਗੁਰੂ ਘਰ ਤੋਂ ਵਰਸਾਏ ਹੋਏ ਮਹਾਨ ਉੱਚ ਵਿਅਕਤੀ, ਜਿਨ੍ਹਾਂ ਨੂੰ ਵਿਆਹ ਦਾ ਖਿਤਾਬ ਹੈ। ਭਾਈ ਗੁਰਦਾਸ ਜੀ ਬੜੇ ਵਿਦਵਾਨ, ਵਾ ਬੁੱਢਾ ਜੀ ਬਜ਼ੁਰਗ ਤੱਤ ਵੇਤੇ, ਇੱਕ ਪਾਸੇ ਬ੍ਰਹਮ ਗਿਆਨੀ ਬੈਠੇ, ਤੱਤ ਵੇਤੇਲੀ ਵਾਲੇ ਬੈਠੇ ਹਨ। ਐਸੀ ਸੋਭਨ ਮਨੋਰੰਜਨ ਸਭਾ ਸੁਭਾਈਮਾਨ ਹੈ। ਉਹ ਆਇਆ ਨਾ ਪੰਡਤ, ਬਾਬਾ ਬੁੱਢਾ ਜੀ ਨੇ ਆਖਿਆ, ਸਿੱਖ ਭੇਜਿਆ ਵੀ ਲਿਆਓ ਬੁਲਾ ਕੇ, ਬਈ ਸੰਗਤਾਂ ਇੰਤਜ਼ਾਰ ਕਰਦੀਆਂ ਹਨ। ਉਹ ਕੁਆਕ ਬੋਲਿਆ, ਕਹਿੰਦੇ ਮੇਰੇ ਕਰਕੇ ਮੈਂ ਫੁੱਲੋ ਦੇਸ਼ ਸੁਣਾਉਂਦਾ ਹਾਂ ਸੰਗਤਾਂ ਨੂੰ। ਸੰਗਤਾਂ ਦੀਆਂ ਗੁਰਾਂ ਕੋਲ ਇਕੱਠ ਹੁੰਦਾ ਹੈ, ਗੁਰਾਂ ਦੀ ਪ੍ਰਭਤਾ ਮੇਰੇ ਕਰਕੇ ਹੈ। ਤੁਸੀਂ ਗੁਰਾਂ ਨੂੰ ਗੁਰੂ ਮੰਨਦੇ ਹੋ, ਭੇਟਾ ਗੁਰਾਂ ਨੂੰ ਦਿੰਦੇ ਹੋ, ਫਲਾ ਦੇਸ਼ ਮੇਰੇ ਤੋਂ ਸੁਣਨਾ ਚਾਹੁੰਦੇ ਹੋ। ਮੈਂ ਹੱਥੇ ਜਾਣਾ ਬੰਦ ਕਰਤਾ। ਕੋਈ ਠੋਰ ਜੇ ਵਚਨ ਆਖੇ, ਉਸ ਗੁਰਸਿੱਖ ਨੇ ਆ ਕੇ ਬਾਬਾ ਬੁੱਢਾ ਜੀ ਕੋਲ ਜੋ ਕੁਆਕ ਆਖੇ, ਵਿਦਵਾਨ ਨੇ ਪੰਡਤ ਨੇ ਗੱਲ ਦੱਸੀ। ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਆਦਿ ਹੋਰ ਤੱਤ ਵੇਤੇ ਬੈਠੇ ਸਨ, ਉਹਨਾਂ ਨਾਲ ਵਿਚਾਰ ਕੀਤੀ ਕੀ ਕਰੀਏ। ਕਹਿੰਦੇ ਗੁਰੂ ਸਾਹਿਬਾਂ ਕੋਲ ਆਪਾਂ ਗੱਲ ਦੱਸੀਏ ਪੰਡਤ ਦੀ, ਨਾਲੇ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕੋਲ ਸਾਨੂੰ ਪਰਾਏ ਅਗੋਚਰ ਨਾ ਰੱਖਣ। ਸਿੱਖੀ ਜਮਾਤ ਹੈ, ਸਿੱਖੀ ਆਪਦੀ ਹੈ। ਸਿੱਖੀ ਗੁਰੂ ਨਾਨਕ ਦੇਵ ਨੇ ਬੂਟਾ ਲਾਇਆ, ਸਿੱਖੀ ਬਹੁਤ ਵੱਡੀ ਜਮਾਤ ਹੈ। ਇਹਨੂੰ ਪਰਾਏ ਅਗੋਚਰ ਰੱਖਣਾ, ਫਲਾ ਦੇ ਸੁਣਾਉਣ ਵਾਸਤੇ ਜਿੱਥੇ ਬੇਨਤੀ ਕਰੋ। ਬਾਬਾ ਬੁੱਢਾ ਜੀ ਨੇ ਗੱਲ ਵਿੱਚ ਪਰਨਾ ਪਾ ਕੇ ਅਰਦੀ ਪੂਰੀ ਸਰਦਾ ਭਾਵਨਾ ਪ੍ਰਗਟ ਕਰਨ ਵਾਸਤੇ ਬੇਨਤੀ ਕਰਨ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਨੇ, ਬਾਬਾ ਜੀ ਤੁਸੀਂ ਖਲੋਤੇ ਹੋ, ਕਹੋ ਕੀ ਕਹਿਣਾ ਚਾਹੁੰਦੇ ਹੋ। ਭਾਗਵਤ ਕਰਨਾ ਧਾਰਨ ਤਰਜਾਮੀ ਪੰਡਤ ਵੱਲੋਂ ਜਵਾਬ ਆ ਗਿਆ। ਆਪ ਜੀ ਨੇ ਬੜੀ ਕਿਰਪਾ, ਰਸਮਈ ਬਹੁਤ ਰਸ ਹੈ ਗੁਰਬਾਣੀ, ਬੜੀ ਮਿੱਠੀ ਪਿਆਰੀ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਆਰਜਨ ਵੀ ਮੋਖ ਦੁਆਰ ਹੈ। ਜਿੱਥੇ ਇੰਨੀ ਬਾਣੀ ਜੀਆਂ ਦੀ ਕਲਿਆਣ ਵਾਸਤੇ ਉਚਾਰਨ ਕੀਤੀ ਹੈ, ਆਪ ਕਿਰਪਾ ਕਰਕੇ 12 ਮਾਹ ਉਚਾਰਨ ਕਰੋ, ਜਿਸ ਨੂੰ ਸੰਗਤਾਂ ਸੰਗਰਾਂਦ ਵਾਲੇ ਦਿਨ ਸੁਣ ਲਿਆ ਕਰਨਗੀਆਂ। ਮਹਾਰਾਜ ਬਾਬਾ ਬੁੱਢਾ ਜੀ 12 ਮਾਹ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ। ਪਤਤ ਪਾਣ ਮਹਾਰਾਜ ਅੰਤਰਜਾਮੀ। ਪਹਿਲੇ ਤਾਂ ਗੱਲ ਪੜ੍ਹਨਾ ਵੀ ਬੜਾ ਔਖਾ ਹੋ, ਉਹਦੇ ਅਰਥ ਕੀਤੇ ਬਗੈਰ ਰੂਪ ਅਲੰਕਾਰ ਹੈ ਬੜੇ ਗੁੱਝੇ। ਬਾਹਰਲੇ ਅਲੰਕਾਰ ਵੀ ਹੈ, ਬਾਹਰਲੇ ਪੜ੍ਹ ਕਰਕੇ ਜਿਹੜੇ ਅੰਤਰ ਅਲੰਕਾਰ ਹਨ, ਰੂਪ ਹਨ, ਉਹ ਤਾਂ ਅਰਥਾਂ ਨਾਲ ਸਮਝ ਸਕਦੇ ਹਾਂ, ਪੜ੍ਹਨ ਨਾਲ ਨਹੀਂ ਸਮਝ ਸਕਦੇ। ਐਸੀ ਸਿਖਾਉਣ ਬਾਣੀ ਪੜ੍ਹਨ ਦੇ ਨਾਲ ਅਰਥ ਕੀਤਾ ਬਗੈਰ ਸਮਝ ਪਵੇ, ਐਸੀ ਉਚਾਰਨ ਕਰੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਮਾਝ ਰਾਗ ਵਿੱਚ 12 ਮਹਾ ਮਹੀਨਿਆਂ ਦਾ ਨਾਂ ਹੈ। ਮਾਹ ਹੁੰਦਾ ਇੱਕ ਮਹੀਨਾ, 12 ਮਹੀਨੇ ਮਾਹ ਲਿਖਿਆ ਹੋਇਆ ਹੈ।
ਇਹਦੀਆਂ 14 ਪੌੜੀਆਂ ਬਨਾਰੇ ਮਹਾਰਾਜ ਸੱਚੇ ਪਾਤਸ਼ਾਹ। ਪਹਿਲੀ ਪੌੜੀ ਹੰਗਤਾ ਸਮੇਤ ਜੋ ਕੀਤੇ ਕਰਮ ਹਨ ਸਾਡੇ, ਉਹਨਾਂ ਨੂੰ ਬਖਸ਼ਾਉਣ ਵਾਸਤੇ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਆਵਰ ਜਨ। ਵਾਹਿਗੁਰੂ ਨਿਰਦੋਸ਼ ਰੱਖਣਾ ਹੈ। ਆਪਣੇ ਹੰਗਤਾ ਸਮੇਤ ਕੀਤੇ ਹੋਏ ਕਰਮ ਉਹਨਾਂ ਨੂੰ ਮਹਾਰਾਜ ਮੁਆਫ ਕਰਾਉਣ ਵਾਸਤੇ ਅਰਦਾਸ ਬੇਨਤੀ ਕਰਨ ਦਾ ਢੰਗ ਹੈ ਇਹਦੇ ਵਿੱਚ। ਬਾਕੀ ਜਿਹੜਾ ਖੀਰਲਾ 14ਵਾਂ ਮਹੀਨਾ ਉਹਦੇ ਵਿੱਚ ਨਾਮ ਦੀ ਪਰਬਤ ਹੈ। ਜਿਹਨੇ ਨਾਮ ਤੇ ਆ ਤਿੰਨ ਕਾਜ ਸਰੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਿੱਖਿਆ ਦੇ ਰਹੇ ਹਨ। ਉਪਦੇਸ਼ ਦੀ ਬਖਸ਼ਿਸ਼ ਨਾਲ ਇਹ ਸੰਕੇਤ ਹੈ ਵੀ ਜਦੋਂ ਮਹਾਰਾਜ ਦੀ ਤਾਬਿਆ ਦੇਗ ਆ ਜੇ ਨਾ ਉਦੋਂ ਇਹ ਪੜ੍ਹਨਾ ਹੈ। ਦੇਗ ਆਈ ਨਾ ਹੋਵੇ ਫੇਰ ਨਹੀਂ, ਪਹਿਲਾਂ ਦੇਗ ਸਜੀ ਹੋਵੇ ਜਿਵੇਂ ਸਜੀ ਹੋਈ ਹੈ ਦੇਗ, ਫਿਰ ਪੜ੍ਹੀਦਾ ਹੈ। ਇਸ ਤਰ੍ਹਾਂ ਮਹਾਰਾਜ 12 ਮਹੀਨਿਆਂ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਹਨ। ਕਿਰਤ ਕਰਮ ਕੇ ਵਿਛੜੇ, ਹੰਗਤਾ ਸਮੇਤ ਕੀਤੇ ਕਰਮਾਂ ਕਰਕੇ ਅਸੀਂ ਆਪ ਤੋਂ ਵਿਛੜ ਗਏ ਹਾਂ। ਕਿਉਂ ਕਰਮ ਇੱਕ ਐਸੀ ਚੀਜ਼ ਹੈ ਨਾ, ਇਹ ਕਿਤੇ ਤੋਂ ਕਿਤੇ ਲੈ ਜਾਂਦਾ। ਬਹੁਤ ਵੱਡੀ ਚੀਜ਼ ਹੈ ਕਰਮ। ਕਰਮ ਤਾਂ ਕਿਤੇ ਤੋਂ ਕਿਤੇ ਪਹੁੰਚਾਉਂਦੀ ਹੈ। ਧਰੂਣ ਕਿਤੇ ਕਰਮ। 5 ਗੋਰਿਆਂ ਦਾ ਜਵਾਕੜਾ ਮਧੂ ਬਣ, ਦੇਖ ਲਓ ਇੱਕ ਲੱਤ ਤੇ ਖਲੋ ਖਲੋ ਕੇ ਬੜਾ ਤਪ ਕੀਤਾ, ਫਲ ਫੂਲ ਜੇ ਖਾਂਦਾ, ਫਿਰ ਪੱਤਰੇ ਜੇ, ਫਿਰ ਤਾਂ ਨਿਰਾਹਾਰ ਹੋ ਗਿਆ ਸੀ। ਉਹਦਾ ਫਲ ਇੰਨਾ ਲੱਗਿਆ, ਚੰਗਾ ਕਰਮ ਕਰ ਤਰੋਂ ਅਟਲ ਅਜੋ ਨਾ ਟਰਿਓ। 5 ਵਾਰ ਕੋ ਤੂੰ ਅਮਰ ਅਟਲ ਤਾਰੇ ਸਤਾਰੇ ਗ੍ਰਹਿ, ਉਹਦੀ ਪਰਿਕਰਮਾ ਕਰਦੇ ਆ। ਚੰਗਾ ਕੰਮ ਕੀਤਾ। ਜਿਹੜਾ ਕੋਈ ਮਾੜਾ ਕੰਮ ਛੱਡ ਕੇ ਚੰਗਾ ਕੰਮ ਕਰੇ ਉਹ ਤਰੱਕੀ ਤੇ ਜਾਂਦਾ ਹੈ। ਜਿਵੇਂ ਬਾਲ ਬਿਗ ਬਟਵਾਰਾ ਰਾਮ ਮਾਰ ਬਹੁਤ ਮਾਰ ਮਰਈਆ ਵੱਡ ਵਡਾਂਗਾ, ਪਰ ਸਾਧੂ ਮਹਾਤਮਾ ਰੱਬ ਦੀ ਨੇਤ ਮਿਲ ਗਏ, ਟੱਕਰ ਗਏ। ਕਹਿੰਦੇ ਵਕਤ ਲਾ ਦਿਓ ਜੀ, ਤੁਸੀਂ ਸਾਧੂ ਮਹਾਤਮਾ ਮੈਂ ਕਿਰਪਾਨ ਨਹੀਂ ਬਾਹੀ। ਕਹਿੰਦੇ ਕੀ ਕਰੂਗਾ? ਕਖਾਏ ਬਾਤਰ ਤੇ ਸਾਧੂਆਂ ਦੇ ਬਾਤਰ ਗ੍ਰਿਸ਼ਤਿਆਂ ਤੇ ਥੋੜ੍ਹੀ ਆ ਇਹ। ਉਹ ਕੋਈ ਨਹੀਂ, ਕੁੜੀਆਂ ਪਾਲਣਗੀਆਂ, ਮਾਂ ਪਾਲੂ ਘਰ ਵਾਲੀ, ਕੋਈ ਨਹੀਂ, ਅਸੀਂ ਤਾਂ ਲਾਉਂਦੇ, ਸਾਡਾ ਤਾਂ ਕੋਈ ਗੱਲ ਨਹੀਂ ਹੈ। ਪਰ ਇਹਦਾ ਫਲ ਨਰਕ ਹਨ, ਭੋਗਣਾ ਪੈਣਾ ਹੈ। ਜਿਹਨਾਂ ਵਾਸਤੇ ਸਾਡੇ ਬਾਤ ਲਵਾਉਂਦਾ ਉਹਨੂੰ ਪੁੱਛ ਤਾਂ ਲੈ, ਉਹ ਅੱਗੇ ਸਜ਼ਾ ਮਿਲਣੀ। ਨਰਕਾਂ ਦੇ ਦੁੱਖ ਦਾ ਹਿੱਸਾ ਭਾਗ ਵੰਡਾਉਣਗੀਆਂ। ਚਲੇ ਗਿਆ, ਤੁਸੀਂ ਚਲੇ ਜਾਓ। ਕਹਿੰਦੇ ਨਹੀਂ ਸਭ ਅਸੀਂ ਇੱਥੇ ਹੀ। ਕੋੜਮਾ ਚੌਖਣੇ ਕੋਈ ਨਾ ਵੇਲੇ ਕਰਦੇ ਝਾੜਾ। ਮਾਂ ਕਹਿੰਦੀ ਤੈਨੂੰ ਮੂੰਹ 'ਚ ਬੁਰਕੀਆਂ ਪਾਈਆਂ, ਤੇਰਾ ਗੰਦ ਮੰਦ ਚੁੱਕਿਆ, ਤੇਰਾ ਫਰਜ਼ ਨਹੀਂ ਜਿੱਥੇ ਮਰਜ਼ੀ ਖਲਾ। ਘਰ ਵਾਲੀ ਤੈਨੂੰ ਸਿਆਣਾ ਪਤਵਾ ਸਮਝ ਕੇ ਲੜ ਲਾਈਆਂ, ਜਿੱਥੇ ਮਰਜ਼ੀ ਕਰ, ਮੈਂ ਨਹੀਂ ਨਰਕਾਂ ਦੇ ਹਿੱਸੇ ਉਸੇ 'ਚ ਵਡਾਉਣੇ। ਸਾਰਾ ਉਲਟ ਹੋ ਗਿਆ। ਮਹਾਂਪੁਰਖੋ ਤੁਹਾਡੀ ਗੱਲ ਠੀਕ ਹੈ, ਇਹ ਤਾਂ ਮੁਨਕਰ ਹੋ ਗਏ, ਮੁੱਕਰ ਗਏ। ਫੇਰ ਪਾਛੜੀ ਸਲੇਨੇ ਨੇ ਉਹਦਾ ਉਪਦੇਸ਼ ਨਹੀਂ ਦੇ ਸਕਦਾ ਕੋਈ। ਦੰਦਾ ਉਹਦੀ ਜ਼ੁਬਾਨ ਕੱਢਦੇ, ਉਹਦਾ ਬਰਤਨ 6 ਦੰਦੇ ਸੀ। ਬੁਰਾ ਹਾਲ ਸੀ। ਤੁਸੀਂ ਉਪਦੇਸ਼ ਦੇ ਦਿਓ। ਉਹਨਾਂ ਨੇ ਗਲੋਂ ਬੁਲਾਵਾਂ ਲਾਉਣ ਵਾਸਤੇ ਮਰਾ ਮਰਾ ਕਹਿਤਾ, ਸਿਮਰਨ ਕਰ, ਕਿਤੇ ਨਿਉਂਦਾ ਨਹੀਂ ਖਾਣਾ, ਇਕਾਂਤ ਰਹਿਣਾ, ਮਨੌਤ ਨਹੀਂ ਕਰਾਉਣੀ। ਸਿੱਖਿਆ ਦੇਤੀ। ਉਹ ਐਸੀ ਗੱਲ ਬਣੀ, ਰਾਮ ਰਾਮ ਬਣ ਗਿਆ। ਜੋ ਇਹਨਾਂ ਰਾਮ ਦਾ ਜਾਪ ਕੀਤਾ, ਰਾਮ ਦਾ ਜਾਪ ਤਪ ਕੀਤਾ, ਉਸ ਵੇਲੇ ਪਾਂਡਵ ਜਗ ਕਰ ਲਏ ਸੀ। ਐਸਾ ਸੰਕੇਤ ਬਣਾ ਲਿਆ ਪਾਂਡਵਾਂ ਨੇ, ਘੰਟਾ ਬਣਤਾ ਵੀ ਅਸੀਂ ਤਾਂ ਸਫਲ ਜਗ ਸਮਝਾਂਗੇ ਜੇ ਘੰਟਾ ਖੁਦ ਆਪਣੇ ਆਪ ਵੱਜੂ।
ਬੜੇ ਸਾਧੂ ਆ ਰਹੇ, ਜਮਾਤਾਂ ਬਹੁਤ ਸਾਰੇ, ਸੰਖ ਵੱਜ ਰਿਹਾ, ਰਣ ਸਿੰਘ ਬੜੇ ਜਾਤਾਂ ਆ ਰਹੀਆਂ, ਬਹੁਤ ਜਮਾਤਾਂ ਆ ਰਹੀਆਂ, ਬੜੀ ਦੰਦ ਕਸਾਈ ਦੰਦੇ ਬਹੁਤ ਆਈ ਜਾਂਦੇ ਹੈ। ਕ੍ਰਿਸ਼ਨ ਭਗਵਾਨ ਉਹ ਕਹਿੰਦਾ ਬਈ ਮੈਂ ਤਾਂ ਜੰਗ ਤੁਸੀਂ ਕਰ ਲਈ ਪਾਂਡਵੋ, ਮੈਂ ਤਾਂ ਚਰਨ ਧੋਣ ਦੀ ਸੇਵਾ ਲੈਣੀ ਹੈ, ਆਉਣ ਵਾਲੇ ਪਤਵੰਤਿਆਂ ਦੇ ਚਰਨ ਧੋਵਾਂਗਾ। ਕ੍ਰਿਸ਼ਨ ਭਗਵਾਨ ਚਰਨ ਧੋਇਆ, ਉਹ ਯੱਗ ਪੂਰਨ ਨਹੀਂ ਹੁੰਦਾ। ਪਾਂਡੂ ਕਹਿੰਦੇ ਗੱਲ ਕੀ ਜੀ, ਤੁਸੀਂ ਭਗਵਾਨ ਜੀ ਤੁਸੀਂ ਚਰਨ ਧੋ ਰਹੇ, ਜੱਗ ਪੂਰਨ ਨਹੀਂ ਹੋ ਰਿਹਾ। ਕਹਿੰਦੇ ਅਸੀਂ ਸਾਧੂ ਜਮਾਤ ਬੜੇ ਆਏ, ਬਹੁਤ ਬੱਲੇ ਬੱਲੇ, ਇੰਨਾ ਕੁਝ ਦਸ਼ਨਾ ਵੀ ਦਿੱਤੀ ਆ, ਸਾਰਾ ਕੁਝ। ਕਹਿੰਦੇ ਉਹ ਸਾਧੂ ਆਇਆ ਹੀ ਨਹੀਂ ਜਿਹੜਾ ਜੱਗ ਪੂਰਨ ਕਰ ਸਕਦਾ ਸੰਪੂਰਨ, ਉਹ ਨਹੀਂ ਆਇਆ। ਉਹ ਤਾਂ ਵਿਚਾਰੇ ਬਾਤਨਾ ਕਰਕੇ ਬਣੇ ਬੁਣੇ ਇਹੋ ਜਿਹੇ ਹੈ, ਬਾਤਨਾ ਕਰਕੇ ਸਾਧ ਨਹੀਂ ਬਣੀਦਾ। ਇਹ ਇਨਸਾਨੀ ਸਾਧ ਕੇ ਜਿਸ ਭੇੜ ਤਰੀ ਹੈ, ਮਨ ਕੀ ਦੁਬਦਾ ਹਰ ਪਰ ਪਦ ਲਈ ਹੈ। ਮਨ ਸਾਧ ਉਹ ਸਾਧ ਹੁੰਦੇ ਨੇ, ਮਨ ਨੂੰ ਸਾਧ ਲਿਆ, ਸਿੱਧ ਕਰ ਲਿਆ, ਆਖੇ ਲਾ ਲਿਆ, ਮਗਰ ਲਾ ਲਿਆ। ਮਨ ਵਾਸਾ ਨਾਨਕ ਜੇ ਪੂਰਨ ਕਿਰਪਾ ਹੋਏ, ਹੋਏ ਨਹੀਂ ਆਉਂਦਾ ਕਾਬੂ ਹੈ, ਕਰਨਾ ਪੈਂਦਾ। ਅੰਮ੍ਰਿਤ ਦੀ ਗੱਲ ਕਰੀਏ, ਉਹ ਦੇਖਾਂਗੇ ਜੀ, ਮਨ ਨੂੰ ਸਮਝਾਵਾਂਗੇ, ਬਣਾਵਾਂਗੇ। ਮਾਂ ਦੇ ਉਧਰ ਮਨ ਰੱਬ ਨੇ ਬਣਾਇਆ ਹੋਇਆ, ਤੁਸੀਂ ਕੀ ਬਣਾਉਣਾ। ਬਹੁਤ ਸਾਡਾ ਪੁੱਠਾ ਜਿਹਾ ਚੱਕਰ ਹੈ। ਜਿਹੜਾ ਮਨ ਦੇ ਆਖੇ ਲੱਗੇ ਗਿਆ, ਮਨ ਜਿੱਤਿਆ ਜਗ ਜੀਤ। ਜਿਹੜਾ ਮਨ ਨੂੰ ਜਿੱਤ ਗਿਆ ਸੰਸਾਰ ਜਿੱਤ ਕੇ ਜਾਂਦਾ ਉਹ। ਬਾਕੀ ਤਾਂ ਹਾਰ ਕੇ ਵਿਸ਼ੇ ਵਿਕਾਰ ਫੈਸ਼ਨਾਂ ਵਿੱਚ ਅਮਲਾਂ ਵਿੱਚ ਡੁੱਬ ਗਏ। ਉਹ ਕਹਿੰਦੇ ਪਾਂਡਵ ਲੈਣ ਗਏ, ਕਹਿੰਦੇ ਮੈਂ ਨਹੀਂ ਜਾਣਾ। ਕੋਰਾ ਜਵਾਬ। ਦਰੋਤਾ ਇੱਕ ਚੰਗੀ ਸੰਗਤ ਕਰਨ ਵਾਲੀ, ਕੋਈ ਆਤਮ ਗ੍ਰੰਥ ਕੋਈ ਸਮਝ ਵਾਲੇ ਚੰਗੇ ਪੜ੍ਹਦੇ ਵੀ ਸੀ। ਕਹਿੰਦੇ ਮੈਂ ਲਿਆਂਦੀ, ਕਹਿੰਦੇ ਤੂੰ ਕਹਿੰਦੇ ਮੈਂ ਆਪੇ ਲਿਆਂਦੀ ਹਾਂ। ਚਲੀ ਗਈ। ਧਰਮਾਤਮਾ ਜੀ, ਤਪਸਵੀ ਜੀ, ਤਿਆਗੀ ਵੈਰਾਗੀ ਜੀ, ਦਰਸ਼ਨ ਯੱਗ ਪ੍ਰਾਰੰਭ ਕੀਤਾ। ਕਾਫੀ ਸਮਾਂ ਹੋ ਗਿਆ, ਸਪੋਰ ਨਹੀਂ ਹੋ ਰਿਹਾ। ਮੈਂ ਠੇਕਾ ਲਿਆ ਤੁਹਾਡੇ ਜੱਗ ਦਾ, ਮੈਂ ਆਪਣੇ ਮਾੜੇ ਕਰਮ ਪਿਛਲੇ ਮੈਲ ਪਾਪ ਧੋ ਰਿਹਾ, ਮੈਂ ਨਹੀਂ ਜਾਣਾ। ਕਹਿੰਦੇ ਮੈਂ ਵੀ ਕੁਝ ਤੇਰੇ ਵਰਗੇ ਸਾਧੂਆਂ ਦੀ ਸੰਗਤ ਕਰਦੀ ਹਾਂ, ਮੈਂ ਉਹੋ ਜਿਹੀ ਰਾਣੀ ਨਾ ਸਮਝ ਆਰ ਸੰਗਾਰ ਵਾਲੀ, ਮੈਂ ਉਹੋ ਜਿਹੀ ਨਹੀਂ ਹੈ। ਸੰਗਾਰਾਂ ਦੀ ਪੁੱਟੀ ਹੋਈ ਮੇਰਾ ਲਿਬਾਸ ਦੇਖ। ਜਾਂ ਤਾਂ ਸਾਡਾ ਇਕੱਲਾ ਯੱਗ ਸੰਪੂਰਨ ਕਰ ਚੱਲ, ਨਹੀਂ ਮੈਂ ਜਿੰਨੇ ਕਦਮ ਪੁੱਟ ਕੇ ਆਈ ਹੈ ਉਨੇ ਯੱਗਾਂ ਦਾ ਮੈਨੂੰ ਮਹਾਤਮ ਦੇ ਦੇ। ਹਰਿਚਾ ਪੜ੍ਹ ਕੇ ਸੁਣਾਤੀ ਵੇਦੀ। ਵਿਦਵਤ ਜਾ ਕਰ ਸਦਾ, ਜੇ ਦਿਜ ਉਤਮ ਗੋਤ, ਸਾਧ ਨਿਕਟ ਚਲ ਜਾਤ, ਸੋ ਫਲ ਪਾਪ ਹੋਤ। ਕਹਿੰਦੇ ਕੀ ਕਹਿ ਰਿਹਾ ਬੇਕੀ, ਕਹਿੰਦਾ ਰੱਬ ਦੇ ਪਿਆਰੇ ਤੇਰੇ ਵਰਗੇ ਸਾਧੂਆਂ ਕੋਲ ਜਾਈਏ, ਕਦਮ ਕਰਦੇ ਸਮੇਤ ਜਾਗਿਆ, ਦੇਖ ਲੈ ਮੈਂ ਕਿੰਨੇ ਕਦਮ ਪੁੱਟ ਕੇ ਆਈਆਂ, ਦੇ ਇੰਨਾ ਫਲ। ਕਹਿੰਦੇ ਮੈਂ ਤਾਂ ਲੁੱਟੇ ਜਾਊਂਗਾ। ਜਿੰਨੇ ਕਦ ਪੁੱਟ ਗਏ ਇੰਨੇ ਜੇ ਮੈਂ ਕਹਿ ਬੈਠਿਆ, ਮੇਰੇ ਕੋਲ ਰਹਿਣਾ ਕੱਖ ਨਹੀਂ। ਚਲੋ ਦੇਖਦਾ ਤੁਹਾਡਾ ਏਕੇ ਜੱਗ ਦੇਖਦਾ। ਸਪੋਰਨ ਜੋ ਆਇਆ ਕ੍ਰਿਸ਼ਨ ਨੇ ਚਰਨ ਧੋਤੇ, ਘੰਟਾ ਖੜ ਗਿਆ ਜੱਗ ਦੇਖ ਲਓ। ਮਾੜੇ ਕੰਮ ਛੱਡ ਕੇ ਚੰਗਾ ਕੰਮ ਕੀਤਾ। ਆ ਚੰਗੇ ਕੰਮ ਕਰਨ ਦਾ ਜਿਹੜੇ ਉੱਚੇ ਹੈ, ਉਹ ਮਾੜਾ ਕੰਮ ਕਰਨ ਤੋਂ ਉਹ ਹੇਠਾਂ ਡਾਉਣ। ਮਾੜਾ ਕੰਮ ਮਾੜਾ ਫਲ ਦਿੰਦਾ ਹੈ। ਜਿਵੇਂ ਨੌਖ ਰਾਜਾ ਤੀਰ ਛੱਡਦਾ ਸੀ, ਜਿੱਥੇ ਡਿੱਗਦਾ ਸੀ ਯੱਗ, ਕਰੋੜਾਂ ਰੁਪਇਆ ਜੱਗ ਤੇਰਾ ਯੱਗ ਕਰੀ ਗਿਆ, ਤੀਰ ਚਲਾਉਂਦਾ ਜਿੱਥੇ ਡਿੱਗਦਾ ਯੱਗ ਕਰੀ ਗਿਆ ਸਾਰੀ ਉਮਰ। ਅਗਾਂਹ ਪੁੰਨ ਕਰਕੇ ਸਵਰਗ ਤੱਕ ਪਹੁੰਚੇ ਚਲੇ ਗਿਆ। ਇੰਦਰ ਗੌਤਮ ਦੇ ਘਰ ਜਾਣ ਤੋਂ, ਮਾੜਾ ਕੰਮ ਕਰਨ ਤੋਂ, ਉਹ ਤਾਂ ਕੋਟ ਜਿਉਂ ਵਾਰ ਜਿਉਂ ਜੋਰੂ ਸਿਰਨਾਵਣੀ ਬੁਰਾ ਹਾਲ ਹੋਇਆ ਪਿਆ ਸੀ ਕੋਟ ਜਾ। ਇਹਨੂੰ ਚਾਂਸ ਬਣਿਆ। ਕਹਿੰਦੇ ਲੈ ਵੀ ਤੂੰ ਕਮਾਨ ਕਰ ਸਵਰਗ ਵਿੱਚ। ਕਿਸੇ ਨੇ ਆਖਿਆ ਉਹ ਕਮਾਨ ਤਾਂ ਕਰ ਲਿਆ ਸਵਰਗ ਦਾ ਬਾਦਸ਼ਾਹ। ਜਿਹੜੀ ਸੱਚੀ ਯਾਦ ਹੈ
ਪ੍ਰਧਾਨਚੀ ਯਾਦ ਹੈ ਆ ਇੰਦਰ ਦੀ ਪਟਰਾਣੀ ਉਹ ਤਾਂ ਤੈਨੂੰ ਮਿਲ ਨਹੀਂ ਰਹੀ, ਪਕਾਇਆ ਹੋਇਆ ਲਾਗੇ ਬਕਾਰਾਂ ਦੀ ਅੱਗ ਨੌਕ ਰਾਜੇ ਨੂੰ। ਕਹਿੰਦੇ ਮੈਂ ਤਾਂ ਸਵਰਗ ਦਾ ਪਾਤਸ਼ਾਹ ਬਣਾਂਗਾ, ਇੰਦਰ ਦੀ ਜੋ ਪਟਰਾਣੀ ਹੈ ਸੱਚੀ ਹੈ, ਜੇ ਉਹ ਮੈਨੂੰ ਸਵੀਕਾਰ ਕਰੂ। ਉਹ ਭਜੀ ਭਜੀ ਬ੍ਰਹਸਪਤ ਦੇਵਤਾਂ ਦਾ ਗੁਰੂ ਉਹਦੇ ਕੋਲ ਆ ਗਏ। ਉਸਤਾਦ ਜੀ ਮੈਂ ਤਾਂ ਸਤੀ ਹਾਂ, ਸੱਤ ਵਿੱਚ ਖੜੀ ਹਾਂ, ਸੱਤ ਪ੍ਰਤੱਗਣ ਹਾਂ, ਬਿਲਕੁਲ ਤਾਲ ਵਿੱਚ ਕਾਇਮ ਹੈ, ਮੇਰਾ ਸੱਤ ਠੀਕ ਹੈ। ਕੋਈ ਮੇਰਾ ਸੱਤ ਭਾਂਗਲ ਕੋਈ ਨੌਕ ਨੌਕ ਰਾਜਾ ਆ ਰਿਹਾ, ਉਹ ਕਹਿੰਦੇ ਮੈਨੂੰ ਅੰਗੀਕਾਰ ਕਰੇ, ਮੈਂ ਤਾਂ ਸਤੀ ਹਾਂ। ਉਹ ਕਹਿੰਦਾ ਜਿਹੜਾ ਆਪਣਾ ਧਰਮ ਬਚਾਉਣਾ ਤਾਂ ਕੁਦਰਤੀ ਧਰਮ ਰੱਬ ਬਚਾਉਂਦਾ, ਇਉਂ ਕਰ ਤੂੰ, ਤੈਨੂੰ ਵਿਚਾਰ ਦੱਸਦਾ ਬਚਨ ਦੀ ਸੁਨੇਹਾ ਦੇ ਦੇ ਵੀ ਰਿਖੀਆਂ ਦੀ ਪਾਲਕੀ ਚਕਾ ਕੇ ਰਿਖੀਆਂ ਨੂੰ ਲਾ ਕੇ ਕਹਾਰਾਂ ਦਾ ਕੰਮ ਕਰਦਾ ਹੋਇਆ ਉਹਨਾਂ ਤੋਂ ਮੇਰੇ ਕੋਲ ਆ ਜਾਏ, ਮੈਂ ਅੰਗੀਕਾਰ ਕਰ ਲੂੰ। ਇੰਨਾ ਤਾਂ ਕਾਮ ਦੇ ਮਾਰੇ ਹੋਏ ਨੌਕ ਰਾਜੇ ਨੇ, ਪੁੱਤਰੇ ਹੋਏ ਨੇ, ਹਲ ਲੈ ਕੇ ਸਾਰਾ ਕੋ ਕਰਮ ਪਸ਼ੂ ਕਰਮ ਰਾਣੀਆਂ ਰੋਣੇ ਨਾਲ ਸਾਰਾ ਕਰਕੇ ਦੇਖਿਆ, ਫਿਰ ਵੀ ਕੋਈ ਤ੍ਰਿਪਤ ਨਹੀਂ ਹੈ ਇਹਦੀ, ਕੋਈ ਰਾਜਾ ਨਹੀਂ, ਕੋਈ ਸਬਰ ਨਹੀਂ। ਉਹ ਰਿਖੀ ਮਹਾਤਮਾ ਆਪ ਪਾਲ ਕੇ ਤੇ ਬੈਠ ਗਿਆ। ਰਿਖੀ ਮਹਾਤਮਾ ਲਾਲੇ ਕੁਹਾਰਾਂ ਦਾ ਕੰਮ ਕਰ ਲੋ, ਵਿਚਾਰੇ ਕਿਤੇ ਖਾਣ ਦਾ ਕੰਮ ਕਰਦੇ ਉੱਚੇ ਨੀਵੇਂ। ਇਹਨੂੰ ਅੱਗ ਲੱਗਦੀ ਬਕਾਲਾਂ ਦੀ, ਛੇਤੀ ਚਲੋ ਛੇਤੀ ਚਲੋ। ਸਰਪ 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 ਹੁੰਦਾ ਸਿਗਰ ਛੇਤੀ ਹੀ ਆਖਿਆ ਲੱਗਿਆ ਸਰਪ ਸਰਪ। ਭਾਰਤ ਲਿਖੀ ਸੀ ਭਾਰਤ, ਉਹ ਕਹਿੰਦੇ ਸੱਪ ਤੂੰ ਬਣ ਓਏ, ਉਹ ਬਕਾਰੀਆ ਗੰਦਿਆ ਸ਼ਰਾਬ ਦੇਤਾ। ਪਾਲਕੇ ਵਿੱਚੋਂ ਸੱਪ ਹੋ ਕੇ ਡਿੱਗ ਗਿਆ, ਨੀਮ ਖਾਰ ਦੇ ਵਿੱਚ ਸੱਪ ਹੋ ਕੇ ਡਿੱਗਿਆ। ਮਾੜਾ ਕੰਮ ਕਰਨ ਤੋਂ, ਬਕਾਰ ਵਾਲੇ ਪਾਸੇ ਜਾਣ ਤੋਂ ਆਹ ਹਾਲਤ ਹੋ ਗਈ। ਇਸ ਤਰ੍ਹਾਂ ਮਾੜੇ ਕੰਮ ਕਰਨ ਤੋਂ ਬੜੇ ਬੜੇ ਡਿੱਗੇ। ਰਾਵਣ ਲੰਕਾਗੜ੍ਹ ਸੋਨੇ ਦਾ ਪਿਆ, ਕਿੰਨਾ ਪਰਿਵਾਰ ਕਿੰਨਾ ਕੁਛ ਸੀ, ਪਰ ਮਾੜਾ ਕੰਮ ਸੀਤਾ ਨੂੰ ਚਰਾਨ ਕਰਕੇ ਦੁਨੀਆ ਤੋਂ ਕੂਚ ਕਰਨਾ ਪਿਆ। ਹਰਨਾਕਸ ਬੜਾ ਆਪਣਾ ਪੋਰਟਲ ਰੱਬ ਜਿਹਾ ਬਣੀ ਫਿਰਦਾ ਸੀ, ਪੋਪ ਜਿਹਾ ਬਣੀ ਫਿਰਦਾ ਸੀਗਾ। ਮਾੜਾ ਕਰੋ ਭਗਤ ਨੂੰ, ਆਪਣੇ ਮੁੰਡੇ ਨੂੰ, ਰੱਬ ਦੇ ਪਿਆਰੇ ਨੂੰ ਕਰਪਾਣੇ ਧੂੜੇ। ਕਹਿੰਦੇ ਉਹ ਥਾਂ ਵਿੱਚ ਗਿਆ, ਥਾਂ ਹੈਗਾ, ਰੱਖਿਆ, ਉਹਨੂੰ ਮਾਰਿਆ। ਇਸ ਤਰ੍ਹਾਂ ਕਰਮ ਇੱਕ ਐਸੀ ਚੀਜ਼ ਹੈ ਨਾ, ਜਿਹੜੇ ਉੱਚੇ ਹੈ, ਉੱਚੇ ਡਿਗਰੀਆਂ ਉਹ ਹੇਠਾਂ ਡਿੱਗ ਪੈਂਦੀਆਂ, ਜਿਹੜੇ ਹੇਠਾਂ ਚੰਗੇ ਕਰਦੇ ਉਤਾਂ ਚਲੇ ਜਾਂਦੇ ਜਾਦੂਗਰ ਦੀ ਪੌੜੀ ਵਾਂਗ। 12 ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। 12 ਮਹੀਨੇ ਸਾਈ ਸਿੱਖਿਆ ਦੇ ਰਹੇ ਹਨ। ਚੌਥੇ ਸੁਰਤਾਲ ਗਾਇਨ ਕਰਨਾ ਹੈ। 12 ਮਹੀਨੇ ਤਾਈ ਸਿੱਖਿਆ ਹੈ। ਇੱਕ ਓੰਕਾਰ ਇੱਕ ਦਵੈਤ ਰੂਪ ਹੈ, ਜਾਤੀ ਵਿਜਾਤੀ ਸਵੈਗਾ ਦੇਸ਼ ਕਾਲ ਭਇ ਰਹਿਤ। ਓੰਕਾਰ ਮੰਗਲ ਓੰਕਾਰ ਉਚਾਲ ਮਾਰਗ ਓੰਕਾਰ ਟਕਸਾਲੀ ਸੰਪਰਦਾਇ ਅਰਥ ਪ੍ਰਕਾਸ਼ ਕਾ ਹੈ। ਓੰਕਾਰ ਅੰਗੀਕਾਰ ਕਰਨ ਵਾਲਾ ਹੈ, ਸਤ ਸੱਤਾ ਸਪੁਰਤੀ ਦੇਣ ਵਾਲਾ ਹੈ, ਨਾਮ ਪ੍ਰਸਿੱਧ ਹੈ, ਉੱਚਾ ਹੈ। ਗੁਰ ਗੱਗੇ ਅੱਖਰ ਦਾ ਅਰਥ ਹੈ ਕੱਲੇ ਦਾ ਅਗਿਆਨ, ਰਾਰੇ ਦਾ ਪ੍ਰਕਾਸ਼, ਜੋ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ ਗੁਰ। ਪ੍ਰਸਾਦ ਉਹ ਗੁਰੂ ਜਿਹੜਾ ਕਿ ਪ੍ਰਕਾਸ਼ ਕਾ ਸੱਤਾ ਸੁਰਦੇਵ ਬੜਾ ਪ੍ਰਸਿੱਧ ਹੈ ਨਾਮ ਉਹਦਾ। ਉਹ ਗੁਰੂ ਕਿਰਪਾ ਕਰਦਾ, ਜਦੋਂ ਪ੍ਰਸਾਦ ਕਿਰਪਾ ਉਹਦੀ ਪ੍ਰਾਪਤੀ ਹੁੰਦੀ ਆ। ਕਿਵੇਂ ਹੁੰਦੀ ਕਿਰਪਾ? ਪ੍ਰਸਾਦ। ਜਿਹੜੇ ਸੰਸਾਰ ਕਾ ਰਸ ਕਾਸੇ ਸੰਸਾਰ ਜੈ ਕੇ ਨਾ, ਇਹਨਾਂ ਤੋਂ ਪਰੇ ਹੋਣ ਤੋਂ, ਇਹ ਰਸ ਛੱਡੇ ਉਹ ਰਸ ਪਿਆ, ਇਹ ਰਸ ਨਹੀਂ ਭਾਵਾ। ਬੱਚਾ ਮਿੱਟੀ ਖਾਂਦਾ, ਕੋਈ ਚੀਜ਼ ਟੌਫੀ ਖਾਣ ਤੋਂ ਛੱਡ ਦਿੰਦਾ। ਅਮਲ ਮਿੱਟੀ ਹਨ,
ਉਹ ਗੁਰੂ ਰੂਪ ਹੋ ਕੇ ਕਿਰਪਾ ਕਰਦਾ ਹੈ ਪਰਮਾਤਮਾ ਆਪਦੀ ਪ੍ਰਾਪਤੀ ਦੀ। ਕਿਰਤ ਕਰਮ ਕੇ ਵਿਛੜੇ, ਵਿਛੜ ਗਿਆ ਸੀ, ਟੁੱਟ ਗਏ ਹੰਗਤਾ ਸਮੇਤ ਕੰਮ ਕਰਨ ਤੋਂ। ਕਰ ਕਿਰਪਾ ਮੇਲੋ ਰਾਮ, ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਮਿਲ ਲੋ। ਆਪੇ ਮੈਨੂੰ ਮਿਲ ਨਹੀਂ ਹੁੰਦਾ ਸਾਥੋਂ। ਜੇ ਮਿਲ ਸਕੇ ਕਿਹਦਾ ਚਿੱਤ ਨਹੀਂ ਕਰਦਾ ਰੱਬ ਨੂੰ ਮਿਲਣੋਂ, ਪਰ ਮਿਲ ਨਹੀਂ ਸਕਦੇ। ਮਾੜੇ ਕਰਮ ਹੰਗਤਾ ਹੋਏ ਕਿਤੇ ਹੋਏ। ਨਿਰਦੋਸ਼ ਜਨਾਰੇ ਰੱਬ ਨੂੰ ਦੋ ਨਿਰਦੋਸ਼ ਹੈ। ਅਸੀਂ ਹੰਗਤਾ ਸਮੇਤ ਆਪਣੇ ਕਿਤੇ ਮਾੜੇ ਕਰਮਾਂ ਕਰਕੇ ਵਿਛੜ ਗਏ। ਜਾਨਵਰ ਭਰਦੇ ਆ ਰਹੇ ਆ। ਕਿਰਪਾ ਕਰਕੇ ਆਪ ਸੱਚੇ ਪਾਤਸ਼ਾਹ ਸਾਨੂੰ ਆਪ ਦੇ ਨਾਲ ਮਿਲ ਲੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਪਰਮਾਤਮਾ ਨਾਲ ਮਿਲ ਲੋ। ਚਾਰ ਕੁੰਟ ਦਹ ਦਿਸ ਭ੍ਰਮੇ, ਸਾਡੀ ਬੁਰੀ ਹਾਲਤ ਹੈ। ਚਾਰ ਕੁੰਟ ਦਿਸ਼ਾ ਅਤੇ ਉੱਤਰ ਪੂਰਬ ਦਾ ਨੈਰਤ ਆਦ ਅਗਨ ਆਦ ਸੰਨ ਵਿਚਾਲੇ ਦੇ ਇੱਕ ਦਿਸ਼ਾ ਹੇਠਾਂ ਜਾਰੀ, ਧਰਤੀ ਵਾਲੇ ਪਾਸੇ ਇੱਕ ਪਤਾਲ ਨੂੰ, ਇੱਕ ਆਕਾਸ਼ ਨੂੰ ਜਾਰੀ ਹੈ। ਇਹਨਾਂ 10 ਦਿਸ਼ਾ ਵਿੱਚ ਜੂਨਾਂ ਵਿੱਚ ਪੈ ਪੈ ਕੇ ਕਈ ਜਨ ਪਏ ਕੀੜ, ਕਈ ਜਨ ਗੱਜ ਮੇਨ ਕਰੰਗਾ। ਬੁਰਾ ਹਾਲ ਹੈ। ਬੜੀ ਜੂਨਾਂ ਵਿੱਚ ਭੜ ਕੇ ਪਦਾਰਥਾਂ ਦੀ ਇੱਛਾ ਰੱਖ ਕੇ ਨਾ ਜੂਨਾਂ ਵਿੱਚ ਪੈ ਪੈ ਕੇ ਬਹੁਤ ਜੂਨਾਂ ਵਿੱਚ ਬਹੁਤ ਭੜ ਕੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦੈ ਦਿਸ, ਮਹਾਰਾਜ ਸੱਚੇ ਪਾਤਸ਼ਾਹ ਦੈ ਦਿਸ ਦਾ ਦਾਨ ਵਾਲੇ ਜੋ ਇੰਦਰੀਆਂ ਦੇ ਵਿਸ਼ੇ ਹਨ। ਨੇਤਰ ਬੜੇ ਪਰਾਏ ਰੂਪ ਨੂੰ ਤੱਕਦੇ ਆ, ਕੰਨ ਨਿੰਦਿਆ ਬੜੀ ਚੁਗਦੇ ਆ, ਰਸਨਾ ਬੜਾ ਕੋ ਖਾਣ ਨੂੰ ਕਰਦੀ ਆ, ਆ ਚਮੜੀ ਬੜੇ ਇਸ ਪਾਸੇ, ਪੈਰ ਬੜੇ ਮਾੜੇ ਪਾਸੇ ਜਾਂਦੇ ਹਨ। ਇਹਨਾਂ ਇੰਦਰੀਆਂ ਸਾਰਨ ਵਾਲਿਆਂ ਦੇ ਪ੍ਰਾਪਤੀ ਵਿਸ਼ਿਆਂ ਦੀ ਕਰਨ ਵਾਸਤੇ ਬੜੇ ਜੁਨਾਂ ਵਿੱਚ ਪੈ ਪੈ ਕੇ ਬੜੇ ਭੜਕੇ ਸਾਡੀ ਬੱਸ ਹੋ ਗਈ, ਥੱਕ ਗਏ। ਜੁਨਾਂ ਵਿੱਚ ਪੈ ਪੈ ਕੇ ਪਦਾਰਥਾਂ ਵਿਸ਼ਿਆਂ ਦੇ ਮਗਰ ਲੱਗ ਕੇ ਹੰਭ ਗਏ। ਸਾਡਾ ਬੁਰਾ ਹਾਲ ਹੈ। ਕਰ ਕਿਰਪਾ ਮੇਲੋ ਰਾਮ, ਸਾਨੂੰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ। ਬਾਹੇ ਕੇ ਇਲਾਜ ਗੋਬਿੰਦਾਸ ਤੁਹਾਰ, ਤੁਧ ਨੂੰ ਛੋੜ ਜਾਏ ਪਰ ਆਨ ਨਾ ਬਿਆ ਤੇਰੀ ਸੰਸਰ। ਕਿੱਧਰ ਜਾਈਏ? ਮਹਾਰਾਜ ਸੱਚੇ ਪਾਤਸ਼ਾਹ ਹਾਰ ਹਮ ਗਏ। ਕਿਰਪਾ ਕਰਕੇ ਸਾਡੇ ਕਰਮਾਂ ਦੀ ਗਿਣਤੀ ਨਾ ਕਰੋ। ਜੇਤਾ ਸਮੁੰਦਰ ਸਾਗਰ ਭਰਿਆ ਤੇ ਬੁਰਾ ਹਾਲ ਹੈ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਲਿਖਿਆ ਕਤਾ ਨਾ ਛੁੱਟਿਆ ਖਿੰਡ ਖਿੰਨ ਭੁੱਲਣਹਾਰ। ਬਹੁਤ ਬੁਰਾ ਹਾਲ ਹੈ। ਜੇ ਸਾਡੇ ਕਰਮ ਵੇਖੋ ਨਾ ਫੇਰ ਨਹੀਂ ਅਸੀਂ ਮਿਲ ਸਕਦੇ। ਸਾਡੇ ਔਗਣ ਨਾ ਤੱਕੋ। ਔਗਣਾਂ ਨੂੰ ਅਣਡਿੱਠ ਕਰਦੇ ਹੋਏ ਕਿਰਪਾ ਕਰਕੇ ਦਇਆ ਕਰਕੇ ਆਪਦੇ ਨਾਲ ਮਿਲ ਲੋ। ਹਾਰ ਕੇ ਹੰਭ ਕੇ ਥੱਕ ਕੇ ਅਸੀਂ ਆਪਦੇ ਸਰਨ ਪਏ ਹਾਂ। ਸਰਨ ਪਰੇ ਕਿ ਰਾਗ ਨਾਨਕ ਤੁਮਰੇ ਬਾਲ ਗੋਪਾਲਾ। ਮਿਹਰ ਕਰੋ, ਦਇਆ ਕਰੋ, ਆਪਣੇ ਨਾਲ ਮਿਲ ਲੋ। ਥੱਕ ਆਏ ਪ੍ਰਭ ਕੀ ਸਾਮ, ਸਾਮ ਸਰਨ ਹੁਣ ਲੱਜਾ ਆਪ ਨੂੰ ਹੈ। ਸਰਨ ਵਿੱਚ ਆ ਗਏ। ਮਹਾਰਾਜ ਕਿਰਪਾ ਕਰਕੇ ਮਿਲ ਲੋ। ਧੇਨ ਦੁੱਧੈ ਤੇ ਬਾਹਰੀ, ਕਹਿਣ ਜਗਿਆਸੂ ਪ੍ਰੇਮੀ ਭਾਈ, ਤੈਨੂੰ ਮਨੁੱਖ ਸਰੀਰ ਤਾਂ ਦੇਤਾ, ਹੋਰ ਕੀ ਚਾਹੁੰਦਾ ਹੈ? ਸਭ ਕੁਛ ਗੋਬਿੰਦ ਨੇ ਦਿਆ, ਜਬ ਦੇਨੀ ਮਾਨੁਖ ਦੇ ਹੈ। ਸਾਧ ਸੰਗਮ ਪਰ ਜਨਮ ਸਫਲ ਕਰ ਲੈ, ਸਫਲਾ ਕਰ ਲੋ ਜਿਵੇਂ ਆਪਾਂ ਕਰ ਰਹੇ ਹਾਂ। ਮਹਾਰਾਜ ਦੀ ਕਿਰਪਾ ਸਫਲ ਜ਼ਿੰਦਗੀ ਸਫਲ ਹੋ ਜਾਏ। ਜਿਵੇਂ ਮਹਾਂਪੁਰਖ ਤਤ ਬੇਤੇ ਬ੍ਰਹਮ ਗਿਆਨੀ ਤਤ ਬੇਤੇ ਸਰ ਤਿਆਗੀ ਵਿਰਾਗੀ ਮਹਾਂਪੁਰਖ ਸੰਤ ਮੋਹਨ ਧਰਮਾਤਮਾ ਕਹਿੰਦੇ ਬਸ ਮਹਾਰਾਜ ਦੀ ਕਿਰਪਾ ਨਾਲ ਇੱਕ ਹੈ ਜੋਨ ਫਿਰ ਜੋਨ ਨਾਨਕ ਕਰਕੇ ਦਰਸ ਮਾਇਆ। ਹਰ ਕੇ ਸੇਵ ਜੋ ਹਰ ਪਿਆਰੇ ਤਿੰਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਣੇ ਕਉ ਪਾਰ ਬ੍ਰਹਮ ਜਿਨ ਹਰ ਸੇਵਿਆ ਸੇਵ ਹਰ
ਮਿਲਿਆ ਕੇਲ ਕਲਾਲੀ ਰਹੇ। ਦੇਖ ਲਓ, ਆਪਾਂ ਕਥਾ ਵਿਚਾਰ ਦਰਸ਼ਨ ਬੜੇ ਕਰਦੇ ਰਹੇ ਹਾਂ। ਆਪਾਂ ਵੀ ਕੋਈ ਪ੍ਰਯਤਨ ਕਰ ਲਈਏ ਮਿਲਣ ਦਾ ਰੱਬ ਨਾਲ। ਤੇਨ ਦੁੱਧੈ ਤੇ ਬਾਹਰੀ, ਕਹਿੰਦੇ ਦੇ ਤਾਂ ਦੇਤੀ, ਦੇ ਦੁੱਧ ਦੰਦੀ ਨਹੀਂ, ਬਾਣੀਆਂ ਕੋਲ ਗਊਆ ਕੀ ਕਰਨਗੇ, ਕੰਮ ਹੈ ਉਹਨਾਂ ਦੇ, ਹਲ ਜੋੜਨਗੇ। ਦੇ ਤਾਂ ਦੇਤੀ, ਠੀਕ ਹੈ, ਬੜੀ ਚੀਜ਼ ਦੇਤੀ, ਪਰ ਇਹ ਨਿਸ਼ਕਾਮ ਕਰਮ ਕਰਦੇ ਨਹੀਂ। ਕਉ ਫਲ ਕੇ ਛਣ ਕੇਵਲ ਭਗਤਨ ਕੇਰ ਸਕਦਾ। ਨਿਸ਼ਕਾਮ ਕੰਮ ਕਰਦੇ ਨਹੀਂ, ਇੱਛਾ ਤੋਂ ਬਗੈਰ ਕਰਦੇ ਨਹੀਂ ਕੁਝ ਵੀ ਹੈ। ਨਿਸ਼ਕਾਮ ਕਰਮ ਉਹ ਇੱਥੇ ਦੀ ਇੱਛਾ ਪੂਰੀ ਹੋ ਜੇ, ਪਰ ਉਹ ਅਸਲੀ ਕੰਮ ਕਰਨ ਵਾਲਾ ਕਰਦੇ ਨਹੀਂ, ਮੁਕਤ ਨਹੀਂ ਕਰ ਸਕਦੇ। ਤੈਨ ਦੁੱਧ ਤੇ ਬਹਾਰੀ, ਸਾਡੀ ਗਊ ਆ ਨਾ, ਗਊ ਇਹ ਨਿਸ਼ਕਾਮ ਕਰਮਾਂ ਤੋਂ ਰਹਿਤ ਹੈ। ਕਿਤੈ ਨਾ ਆਵੈ ਕਾਮ, ਇਹ ਕਿਸ ਕੰਮ ਆਣੀ ਹੈ? ਨਿਸ਼ਕਾਮ ਨਾ ਕਰਨ ਤੋਂ ਇਹ ਤੇ ਕੀ ਮਿਲ ਜਾਣਾ? ਚਾਰ ਪਦਾਰਥ ਜੇ ਕੋ ਸਾਰੇ ਨੇ, ਜਿਹੜੇ ਚਾਰ ਪਦਾਰਥ ਹੈ ਧਰਮਾਂ ਕੋ, ਆਹ ਦੁੱਧ ਤਾਂ ਮਿਲਣਾ ਹੀ ਨਹੀਂ। ਤੈਨੂੰ ਤੇ ਬੁੱਧੀ, ਜਿਹੜੀ ਬੁੱਧੀ ਹੈ ਰੱਬ ਦੇ ਗਿਆਨ ਤੋਂ ਬਗੈਰ ਹੈ। ਰੱਬ ਤੇ ਗਿਆਨ ਤੋਂ ਬਗੈਰ ਸਾਡੇ ਕਿਸ ਕੰਮ ਹੈ? ਜੇ ਗਿਆਨ ਹੋਊਗਾ, ਗਿਆਨ ਨਾਲ ਅਸੀਂ ਮੁਕਤੀ ਰੂਪ ਦਮੜੇ ਵੱਟ ਲਵਾਂਗੇ, ਮੁਕਤ ਹੋ ਜਾਵਾਂਗੇ। ਮਹਾਰਾਜ ਬੁੱਧੀ ਸਾਡੀ ਸਾਖ ਹੁੰਦੀ ਵੇਲਾਂ, ਜਿਹੜੀ ਮਹਾਰਾਜ ਵਰਖਾ ਨਾ ਹੋਏ ਵੇਲਾਂ ਸਲਾਈ ਸਾਸੂ ਤੋਂ ਤਾਣੇ ਕੱਤਦੇ ਨੇ। ਤਾਣੇ ਕੱਤਣ ਤੋਂ ਬਗੈਰ ਫੁੱਲ ਲੱਗਣੇ ਨਹੀਂ। ਚੂਹੇ ਕੀ ਲੱਗਣੇ ਹੈ, ਫਲ ਕੀ ਲੱਗਣਾ ਹੈ। ਇਸ ਤਰ੍ਹਾਂ ਸਾਡੀ ਜੋ ਬੁੱਧੀ ਰੂਪ ਵੇਲਾਂ ਹੈ ਨਾ, ਉਹ ਸਰਵਨਮ ਕਰਨ ਰੂਪ ਸੋਧ ਕੱਤਦੇ ਨੇ। ਮਨ ਦਾ ਅਸਲ ਰੂਪ ਨੂੰ ਚੂਹੇ ਕੀ ਲੱਗਣੇ, ਗਿਆਨ ਰੂਪ ਰੱਬ ਦਾ ਗਿਆਨ ਰੂਪ ਫਲ ਕੀ ਲੱਗਣਾ, ਜਿਸ ਨੂੰ ਵੇਚ ਕੇ ਮੁਕਤੀ ਰੂਪ ਦਾਮੜੇ ਵੱਟ ਲਈਏ। ਜਲ ਬਿਨ ਸਾਖ ਕੁਮਲਾਵਤੀ, ਮੁਰਝਾ ਗਈ ਉਪਜਹਿ ਨਾਹੀ ਦਾਮ। ਕਿਵੇਂ ਸੋਤ ਨਹੀਂ ਕਰਦੇ, ਕਿਵੇਂ ਉਹ ਗੱਲ ਬਣਦੀ ਨਹੀਂ। ਹਰ ਨਾਹਾ ਨ ਮਿਲਿਐ ਸਾਜਨੈ, ਸੱਜਣ ਸੱਚਾ ਪਾਤਸ਼ਾਹ ਸਿਰਸਾਂਦ ਸਾਜਣਾ। ਹਰ ਸੱਜਣਾ ਨੇਕ ਟੁਰੋ, ਹਰ ਸਾਜਣਾ ਸਾਰੇ ਗੈਰ ਮੁਲਕਾਂ ਦੇ ਸਾਈ, ਸਾਰੇ ਵਰਨਾ ਸਰਮਾ, ਸਾਰੇ ਹਾਂ ਸਾਜਣ ਮੈਡਾ ਚਾਹੀਦਾ ਹੈ। ਸੱਜਣ ਸਾਡਾ ਉਸ ਰੱਬ ਨਾਲ ਮਿਲੇ ਬਗੈਰ ਕਤ ਕੀਤੇ ਵਿਸ਼ਰਾਮ ਟਕਾ। ਸਾਰੇ ਕਾਲ ਦੀ ਗਰਦਸ ਹੈ, ਕਿਹੜੀ ਥਾਣੀ ਕਾਲ। ਅਭਾਵ ਕਾਰਨ ਰੂਪ ਕਿਰਪਾਲ ਨਹੀਂ, ਚਿਤ ਪਹਿਲਾਂ ਹੀ ਫਿਰਦਾ ਹਰ ਥਾਂ। ਹਾਂ ਕਾਲ ਦੀ ਗਰਦਸ ਬਹੁਤ ਹੈ। ਅੰਤ ਮਰੇ ਪਛਤਾਏ, ਫਿਰ ਜੇ ਜਗ ਮੈਂ ਅਵਤਾਰ ਕਹਾਏ। ਦੇਖ ਲੋ ਕਾਲ ਇੱਕ ਐਸੀ ਚੀਜ਼ ਹੈ, ਬਹੁਤ ਕਾਲ ਹੈ। ਕੋਈ ਥਾਂ ਬਚਣ ਵਾਸਤੇ ਕਿਤੇ ਨਹੀਂ, ਲਪੇਟ ਹੈ ਹਰ ਥਾਂ ਕਾਲ ਹੈ। ਕਿਹੜੇ ਮੁਲਕ ਨੇ, ਕਿਹੜੀ ਕੰਟਰੀ ਨੇ, ਕਿਹੜੇ ਟੱਪ ਵਿੱਚ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪਦੇ ਨਾਲ ਮਿਲੇ ਬਗੈਰ ਇਸਤਤੀ ਜੋਨਾਂ ਤੋਂ ਰਹਿਤ ਹੋਣਾ, ਜਨਮ ਮਰਨਾ ਰਹੀ ਰਹਿੰਦੇ ਨਹੀਂ। ਕਿੱਥੇ ਟਿਕਣਾ ਪਾਈਏ। ਬ੍ਰਹਮਪੁਰੀ ਕਾ ਹੋਏਗਾ ਕਾਲਾ ਤਲੈ ਗੁਣ ਬਿਨ ਸਾਹਿਬ ਬਿਨ ਸੋ ਬਤਾਲਾ। ਬ੍ਰਹਮਪੁਰੀ ਸਾਰੇ ਮੌਤ ਹੈ, ਸਾਰੇ ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਸਾਰੇ ਕਾਲ ਫਿਰਦਾ, ਆਪਾਂ ਮਿਲੇ ਬਗੈਰ ਟਕਾ ਨਹੀਂ ਹੈ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਦ੍ਰਿਸ਼ਟਾਂਤ ਦਲੀਲ ਹੈ। ਜਿਸ ਘਰ ਕੰਤ ਨਾ ਪ੍ਰਗਟੇ, ਕੋ ਰਸ ਹੈ, ਵੇਥ ਪਾਕੀ ਹੈ, ਸੁਰ ਮੇਲੇ ਨਹੀਂ ਪਤੀ ਸਤੀ ਦੀ। ਪਤੀ ਘਰੇ ਹੈ ਪਰ ਪ੍ਰਗਟ ਨਹੀਂ, ਪਤੀ
ਸੇਜਾ ਦਾ ਸੁਖ ਨਹੀਂ ਦੇ ਰਿਹਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਉਹ ਉਸ ਬੀਬੀ ਨੂੰ, ਪਤੀ ਵਿਛੋੜੇ ਵਾਲੀ ਨੂੰ, ਗ੍ਰਾਮ ਮਾਜਰੇ, ਗ੍ਰਾਮ ਬੜੇ ਬੜੇ ਪਿੰਡ, ਬੜੇ ਗ੍ਰਾਮ ਕਸਬੇ, और पाठ नगर हैं, नगर छोटे छोटे कस्बे, छोटे ग्राम बड़े बड़े, ਉਹਨੂੰ ਪੱਠ ਵਾਂਗ ਮੱਚਦੇ ਦਿਖਦੇ ਹਨ। ਜਿਸ ਹਿਰਦੇ ਵਿੱਚ ਵਾਹਿਗੁਰੂ ਸਖਿਆਤ ਨਹੀਂ ਹੋ ਰਿਹਾ, ਉਹ ਪੌਣ ਰੂਪੀ ਹਵਾ ਨਾਲ ਸਵਾਸਾਂ ਦੇ ਪਾਪਾ ਰੂਪੀ ਕੋਲੇ ਬਣਾ ਰਿਹਾ ਹੈ। ना बिना श्वास जैसे पसरा फूक बहता है, अजाइए बेफायदा। वो बकारां विच पठ वांग मचदा है, श्वास रूपी हवा दे के बकारां विच सड़दा है। श्रव सिगार तंबोल रस, पिछली फेर पढ़। जित घर हर कंत ना प्रगटई, भट्ठ नगर से ग्राम। जिहदे हृदय वाहिगुरू प्रगट नहीं हो रहा, ग्राम मनुख दे, ग्राम भट्ठ नगर से, ग्राम भट्ठ नगर, नगर मनुख साढ़े शरीर, ग्राम बड़े बड़े देवतियां दे शरीर, ओह पाठ वांग पास रहे हैं। कबीर संतन की चुंगिया पाली, पाठक सती गाओ, आग लो तो रजे नहीं हर को नाओ। बड़े बड़े डील कदा वाले पाख रहे हैं, बुरा हाल है। इस करके जिथे वाहिगुरू परमात्मा प्रगट नहीं हो रहा, सख्यात नहीं हो रहा, वह पट्ठा वांग मच रहे हैं, सड़ रहे हैं। सब सिगार तंबोल रस, कोई बीबी 16 करे सिंगार, 16 सिंगार मने जीव कृत बीबियां दे, पुरातन बुढ़ियां दे, रवायतां कन्नां विच हो रहे, नक नुक जे हो रहे, बालियां तनौड़े जे हो रहे, और हार सिंगार जे बड़े। ਉਹ 16 ਸਿੰਗਾਰ ਵੀ ਕਰ ਲਵੇ, ਬੀਬੀ ਤੰਬੋਲ ਪਾਨ ਵੀ ਖਾ ਲਵੇ, ਰਸ ਪਾਰਿਆ ਦੇ ਰਸ ਵੀ ਖਾ ਲਵੇ। ਸਣ ਦੇਹੀ ਸਭ ਖਾਮ, ਬੜਾ ਸਿੰਗਾਰ ਲਾਇਆ ਬੜਾ ਵੱਡਾ, ਪਰ ਪਤੀ ਦਾ ਸੁੱਖ ਮਿਲਿਆ ਹੀ ਨਹੀਂ, ਪਤੀ ਸੇਜਾ ਤੇ ਆਇਆ ਨਹੀਂ। ਦੇ ਸਮੇਤ ਸਾਰੇ ਕਰਨ ਉਪਾਰਨ ਕਰ, ਉਪਾਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ। संग ना पाया अपने परता देख देख दुख पाया, कहते क्यों बनानी से जाओ इन्ना कुछ होए। इतना तराटक साधन है, होर जग जुग जे करने बहुत, पुठे जे तप जे साधन कर रहे, होर छापे छुपे हर द्वार ला लेने। आ जग्यासू बन के ना यह जे बड़े तराटक साधन दे किते, पर वाहिगुरू प्राप्त नहीं होया। ओदे आ सारे संगार जे आखन पेतर तेल कोरा लोकन निर्वाह दिखावे, पखंड रूप किते होए, सारे ਉਹਨੂੰ ਦੁਖਦਾਈ ਹਨ, ਕੁਝ ਫਾਇਦਾ ਨਹੀਂ ਹੈ। ਸਣ ਦੇਹੀ ਸਭ ਖਾਮ, ਦੇ ਸਵੇਤ ਉਹਦੇ ਸਾਰੇ ਕਚਾਈ ਵਾਲੇ ਹਨ, ਨਾ ਪ੍ਰਾਪਤੀ ਹੋਣ ਤੋਂ। ਪ੍ਰਭ ਸੁਆਮੀ ਕਾਂਤ ਵਿਹੂਣੀਆ, ਪ੍ਰਭੂ ਪਰਾ ਰੂਪ ਹੈ, ਉਮਾ ਰੂਪ ਹੈ, ਧਰਤੀਆ ਦਾ ਪਰਾ ਰੂਪ ਹੈ, ਪ੍ਰਕਿਰਤੋਂ ਪਰੇ ਹੈ। ਸੁਆਮੀ ਮਾਲਕ ਕਾਂਤ ਕੱਕੇ ਅੱਖਰ ਦਾ ਅਰਥ ਹੈ ਸੁਖ। ਇਹਦੇ ਵਿੱਚ ਆੜਾ ਨਿਕਲੋ ਅੰਤ, ਜਿੱਥੇ ਸਾਰੇ ਸੁੱਖਾਂ ਦਾ ਅੰਤ ਹੋ ਜਾਵੇ, ਸਾਰੇ ਦੁੱਖਾਂ ਦਾ ਨਿਵਰਤੀ ਹੋ ਜਾਵੇ, ਐਸਾ ਸੁੱਖ ਹੈ ਪਤੀ ਪ੍ਰਾਪਤੀ ਦਾ। ਉਹ ਕਹਿਣ ਸੁਣਤਾ ਹੋ ਕੋਈ ਦੱਸ ਨਹੀਂ ਸਕਦੇ। ਇਸ ਤਰ੍ਹਾਂ ਪਰਮਾਤਮਾ ਦੀ ਸਖਿਆਤਾ ਦਾ ਇੱਕ ਐਸਾ ਸੁੱਖ ਹੈ, ਉੱਥੇ ਹੋਰ ਸਾਰੇ ਸੁੱਖ ਖਤਮ ਹਨ। ਉਸ ਵਿਚਾਰ ਸਾਗਰ ਵਿੱਚ ਸੁੱਖ ਦਿਖਾਏ ਹਨ। ਬ੍ਰਹਮਾ ਨੂੰ ਸੁਖੀ ਮੰਨਿਆ ਸਾਰਿਆਂ ਨਾਲੋਂ। ਸਾਡੇ ਮਾਤ ਲੋਕ ਦੇ ਰਾਗੀ
ਸੁਰਤਾਲ ਠੀਕ, ਬਾਣੀ ਸੁੱਧ ਹੋਏ, ਉਚਾਰਨ ਕਰਨ, ਲਾਭ ਕਰਨ। ਇਹਨਾਂ ਨੂੰ ਰਾਜਾ ਚੱਕਰਵਰਤੀ ਹੋਵੇ, ਰਾਣੀਆਂ ਆਖੇ, ਵਜ਼ੀਰ ਅਹਿਲਕਾਰ ਠੀਕ ਹੋਣ ਸੁਰਤਾਲ ਵਿੱਚ, ਉਹਨੂੰ ਸੁਖੀ ਮੰਨਿਆ। ਸੁਖੀ ਉਸ ਰਾਜੇ ਸੁਖੀ ਨੂੰ ਚੱਕਰਵਰਤੀ ਨਾਲੋਂ, ਜਿਹੜੇ ਸਾਡੇ ਮਾਤ ਲੋਕ ਦੇ ਲੋਕ ਹਨ ਰਾਗੀ, ਚੰਗੀ ਤਰ੍ਹਾਂ ਰਾਗ ਵਿਦਿਆ ਸਿੱਖੀ ਹੋਏ, ਸੰਗੀਤ, ਇਹਨਾਂ ਨੂੰ 100 ਗੁਣਾ ਉਹਨਾਂ ਨੂੰ ਰਸ ਹੈ। ਸਾਡੇ ਰਾਗੇ ਗੰਧਰਵ ਰਾਗ ਨੂੰ ਤਾਂ ਸੁਰੀਲੇ ਗਲੇ ਬਹੁਤ, ਬਜੰਤਰੀ ਹੋ ਰਿਹਾ ਗਾਇਨ ਕਰਨ ਵਾਲੇ, ਉਹਨਾਂ ਨੂੰ 100 ਸੁੱਖ ਵੱਧ ਹੈ। ਅਖੀਰ ਤੇ ਬ੍ਰਹਮਾ ਨੂੰ ਸੁਖੀ ਮੰਨਿਆ, ਇਹਨੂੰ ਇਹਨੂੰ ਸਲੋਕ ਰੂਪੀ ਮੁਕਤੀ ਮੰਨੀ ਹੈ। ਬ੍ਰਹਮਾ ਨੂੰ ਬੜਾ ਸੁੱਖ ਮਨ ਇਹ ਸਲੋਕ ਨਾਲੋਂ ਸਮੀਪ ਨੂੰ ਜ਼ਿਆਦਾ ਸੁੱਖ। ਸਲੋਕ ਸਰੂਪ ਜਿਹੜਾ ਬ੍ਰਹਮਾ ਹੈ, ਸਰੂਪ ਮੁਕਤੀ ਵਾਲਾ, ਇਸ ਨਾਲੋਂ ਸਮੀਪ ਤੋਂ ਸਲੋਕ ਸਰੂਪ ਸਮੀਪ ਸਾਜੂਜ, ਸਲੋਕ ਨਾਲੋਂ ਸਮੀਪ ਵਾਲੇ ਨੂੰ, ਸਰੂਪ ਤੋਂ ਜੁਜ ਵਾਲੇ ਨੂੰ ਵੱਧ ਤੋਂ ਵੱਧ ਸੁੱਖ ਹੈ। 12 ਦਰਜੇ ਮੰਨੇ, ਪਰ ਬ੍ਰਹਮ ਗਿਆਨੀ ਨੂੰ ਏਕ ਪਲਕ ਸੁਖ ਸਾਧ ਕੋਟ ਬਕੁੰਠਾ ਪਾਏ। ਜਿਹੜਾ ਬ੍ਰਹਮ ਗਿਆਨੀ ਹੈ, ਇੰਨਾ ਬ੍ਰਹਮਾ ਨੂੰ ਸਾਰੀ ਉਮਰ ਸੁੱਖ ਨਹੀਂ, ਉਹਨਾਂ 14 ਕਵੇਰਾ ਅੱਖ ਫੁਰਕਣ ਵਿੱਚ ਇੰਨਾ ਨਜ਼ਾਰਾ ਹੈ। ਪ੍ਰਭ ਸੁਆਮੀ ਕਾਂਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਉਹਦੀ ਨਾ ਪ੍ਰਾਪਤੀ ਹੋਣ ਤੋਂ ਮੀਤ ਸੱਜਣ ਸਭ ਜਾਮ। ਬੜੇ ਮਿੱਤਰ ਬਣਾਉਂਦੇ, ਬੜੇ ਵੱਡੇ, ਵੋਟਾਂ ਵੇਲੇ ਤਾਂ ਬੜੇ ਵੱਡੇ ਪਿਆਰੇ ਬੜੇ ਮੀਤ। ਕਬੀਰ ਸੁਖ ਨਾ ਇਹ ਜਗ ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਰਾਇਕ ਸੋ ਤੇ ਸੁਖ ਪਾਵੈ ਮੀਤ। ਮਿੱਤਰਾਂ ਦੀ ਕੀ ਗੱਲ ਹੈ, ਬਿਪਤ ਬਰੀ ਸਭ ਕੋਈ ਨਾਵਤ ਨੇਰ ਹੈ। ਮਤਲਬ ਗਾਉਂ ਕੱਢੀਆਂ ਮਿੱਤਰ, ਮਤਲਬ ਹੱਲ ਕਰਦੇ ਆ, ਆਪਣਾ ਪ੍ਰਯੋਜਨ ਹੱਲ ਕਰਦੇ ਹਨ। ਜੋ ਸਾਰਾ ਕੇ ਮਿੱਤਰ ਦਿਸੇ ਮੇਰੇ ਮਨ ਮੇਰੇ, ਸੋ ਆਪਣੇ ਸਵਾਏ ਆਏ ਮਿਲਾਸੀ। ਜਿਸ ਦਿਨ ਉਹਨਾਂ ਦਾ ਸੁਭਾਅ ਹੋਵੇ ਨਾ, ਤੇ ਨੇੜੇ ਕੋ ਨਾ ਟੁਕਾਸੀ। ਖੜਦੇ ਨਹੀਂ, ਬਿਪਤਾ ਪੈ ਗਈ ਕਦੇ ਮੰਗੂਗਾ। ਜਦੋਂ ਮਾਇਆ ਮਖਿਆਲ ਦੀ ਮੱਖੀਆਂ ਵਾਂਗ ਫਿਰਦੇ ਆ, ਬਿਪਤਾ ਵੇਲੇ ਇਸ ਤਰ੍ਹਾਂ ਇਹ ਕੁਝ ਨਹੀਂ ਹੈ। ਮਿੱਤਰ ਠੱਗ ਹੈ, ਧਰੋਹ ਕਰਨ ਵਾਲੇ ਹਨ। ਅਸਲੀ ਮਿੱਤਰ ਪਰਮਾਤਮਾ ਸੱਚੇ ਪਾਤਸ਼ਾਹ। ਕਈ ਭੁਲੇਖੇ ਨਾਲ ਉਹ ਦੇਵਤਿਆਂ ਨੂੰ ਮਿੱਤਰ ਬਣਾ ਲੈਂਦੇ ਆ। ਜਿਵੇਂ ਪੀਪਾ ਭਗਤ ਨੂੰ ਤਾਂ ਭਗਤ ਹੈ, ਪਰ ਭਗਤੀ ਕਰਨ ਤੋਂ ਭਗਤ ਬਣਿਆ, ਪਹਿਲਾਂ ਕਿਰਾਏ ਪਿਆ ਹੋਏਗਾ। ਉਹ ਦੇਵੀ ਨੂੰ ਹੀ ਮਿੱਤਰ ਬਣਾਈ ਫਿਰਦਾ, ਦੇਵੀ ਨੂੰ ਆਪਣੀ ਮਾਂ ਬਣਾਈ ਫਿਰਦਾ ਹੋਵੇਗਾ। ਕੋਈ ਅਸਲੀ ਕਰਨ ਵਾਲੇ ਸੰਤ ਚਲੇ ਗਏ। ਪੀਪਾ ਭਗਤ ਜੀ ਕਿਹੜੇ ਰੰਗ 'ਚ ਖੇਡਦਾ ਹੈ? ਉਪਾਸਨਾ। ਉਹ ਕਹਿੰਦੇ ਤੁਹਾਨੂੰ ਕੀ, ਮੈਂ ਬੜੀ ਉਪਾਸਨਾ ਠੀਕ ਕਰਦਾ ਹਾਂ, ਮੈਂ ਦੇਵੀ ਦਾ ਸਲੈਰੀ ਮਤਲਬ ਦੇਵੀ ਦੀ ਉਪਾਸਨਾ ਲੱਖਾਂ ਰੁਪਇਆ ਮੈਂ ਹਾਮਲ ਕਰ ਦਿੰਦਾ। ਅੱਛਾ, ਕੌੜਾ ਜਿਹਾ ਬੋਲਿਆ ਸੰਤਾਂ ਨੂੰ। ਉਹ ਕਹਿੰਦੇ ਇਉਂ ਕਰ ਬਈ, ਤੈਨੂੰ ਰਸਤੇ ਪਾਉਂਦੇ ਵਿਚਾਰ, ਉਸ ਨੂੰ ਪ੍ਰਗਟ ਕਰ, ਪੁੱਛ ਵੀ ਮੁਕਤ ਦੇ ਦੂਗੀ? ਦਊ ਨਾ, ਮੈਂ ਉਪਾਸਨਾ ਕਰਦਾ। ਕਹਿੰਦੇ ਨਿਰਲਤ ਤੂੰ ਕਰ ਲੈ। ਕਹਿੰਦੇ ਚਲੋ ਤੁਹਾਡੇ ਵਚਨ ਮਰ ਲੈਂਦਾ। ਜਿਉਂ ਬਣਿਆ ਚਿਰਾਗ ਬਾਲ ਕੇ ਸ਼ੇਰਾਂ ਵਾਲੀ, ਆ ਫਲਾਣਾ ਜੋਤਾਂ ਵਾਲੀ, ਜਿਵੇਂ ਊਟ ਟੰਗ ਜਿਹਾ ਬੋਲਦੇ ਹੈ, ਜੋਤਾਂ ਵਾਲੀ ਬੜਾ ਸ਼ੇਰਾਂ ਵਾਲੀ ਬੜਾ ਕੁਝ। ਉਹ ਮੂੰਹ ਤੇ ਚੜ੍ਹ ਕੇ ਬੋਲ ਪਈ, ਹਾਂ ਕਿ ਜਾਂਦਾ ਭਗਤਾ, ਇਉਂ ਕਰ, ਮੇਰੀ ਕਲਿਆਣ ਕਰ ਦੇ। ਉਹ ਕਹਿੰਦੇ ਸੰਸਾਰ ਕੋਈ ਮੈਂ ਕੀ ਮਾਇਆ ਆਦਿ, ਕੋਈ ਫੌਜਾਂ ਵਧਾਉਣੀਆਂ, ਕੋਈ ਕਹਿੰਦੇ ਤਾਂ ਸਾਰਾ ਕੁਝ ਠੀਕ ਹੈ, ਇਹਨਾਂ ਤੇ ਮੈਨੂੰ ਸਰਬ ਸੰਤੋਖ ਹੈ। ਮੈਂ ਤਾਂ ਮੁਕਤ ਚਾਹੁੰਦਾ ਜੀ ਉਹਨਾਂ ਦੀ ਭਟਕਣ ਤੋਂ ਬਚਣ ਵਾਸਤੇ। ਕਹਿੰਦੇ ਮੁਕਤ ਵਾਸਤੇ ਤਾਂ ਮੇਰੇ ਵਰਗੇ 9 ਕਰੋੜ ਦੇਵੀਆਂ, 9 ਕਰੋੜ
ਆਪ ਵਿੱਚ ਵੈਰ ਭਾਵ ਹੈ, ਇੱਕ ਦੀ ਮਨੋਰਥ ਦੂਜੀ ਕਾਲ ਕਾਲ ਹੋ ਰਹੇ ਹੋ ਰਹੇ ਨਾਰਾਜ਼ ਹੋ ਜਾਓ, ਨੈਣਾ ਉਹ ਖਰਾਬ ਜੋ 9 ਕਰੋੜ ਦੇਵੀਆਂ ਉਹ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਕਰਦੀਆਂ, ਮੇਰੇ ਵਰਗੀਆਂ ਝਾੜੂ ਦਿੰਦੀਆਂ ਬੀਬੀਆਂ ਦਾ ਰੂਪ ਧਾਰ ਕੇ। ਤੂੰ ਹੋਰ ਮੰਗ, ਕਹਿੰਦੇ ਹੋਰ ਮੈਂ ਮੰਗਣਾ ਹੀ ਨਹੀਂ। 1 ਲੱਖ ਤਾਂ ਗੁਪਤ ਹੋ ਗਈ। ਤਾਂ ਮੈਨਾਂ ਮਾਰਿਆ ਗੁਰੂ ਸਾਹਿਬਾਨ ਉਹਦੇ ਹਾਲਾਤ ਜੋ ਜਿਵੇਂ ਬੀਤੀ ਹੈ ਪਿਪੇ ਦੀ। ਤੂੰ ਕਹੀ ਤਾਂ ਆਦ ਪੌਣੇ ਮੁਕਤੀ ਬਰੀਆ ਕਹਾਂ, ਛਪਾਨੇ ਕਿਧਰ ਮਾਰ ਕੇ ਰੁੜ ਕੇ ਗੁਪਤ ਹੋ ਗਈ। ਇਸ ਤਰ੍ਹਾਂ ਕਈ ਭੁਲੇਖੇ ਨਾਲ ਉਹ ਦੇਵਤਿਆਂ ਨੂੰ ਮਿੱਤਰ ਬਣਾ ਲੈਂਦੇ ਆ। ਜਿਵੇਂ ਬੜੇ ਸ਼ਿਵ ਸ਼ੰਭੂ ਵਰਗਿਆਂ ਨੂੰ ਦੇਵਤਿਆਂ ਨੂੰ ਮਿੱਤਰ ਬਣਾਉਂਦੇ ਸੀ ਪੰਡਤ ਲੋਕ ਕਸ਼ਮੀਰ ਦੇ, ਪਰ ਕਿਸੇ ਨੇ ਸਹਾਇਤਾ ਨਹੀਂ ਕੀਤੀ। ਅਮਰਾਵਤ ਦੀ ਅੱਖਰਾਂ ਵਿੱਚ ਸਿੱਟ ਦੇ ਚੇਠੇ ਸ਼ਿਵ ਸ਼ੰਭੂ ਨੇ, ਤੋਬਾ ਤੋਬਾ, ਮੈਂ ਨਹੀਂ ਕੋਈ ਕਰ ਸਕਦਾ। ਗੁਰੂ ਨਾਨਕ ਦਾ ਘਰ ਹੈ ਤਾਂ ਫਿਰ ਸਹਾਇਤਾ ਕੀਤੀ, ਝੋਲੇ ਦੁੱਖ ਪਾਏ, ਧਰਮ ਰੱਖਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ। ਇਸ ਤਰ੍ਹਾਂ ਦੇਵੀ ਦੇਵਾ ਪੂਜਿਆ ਪਾਈ, ਕਿਆ ਮੰਗੋ ਕਿਆ ਦੇ, ਹੈਗਾ ਕੁਝ ਇਹਨਾਂ ਦੇ ਕੋਲ। ਆਪਾਂ ਬੜੇ, ਕੋਈ ਮਾੜੀਆਂ ਨੂੰ ਪੁੱਜੀ ਜਾਂਦਾ, ਕੋਈ ਮਟੀਆਂ ਨੂੰ ਪੁੱਜੀ ਜਾਂਦਾ, ਕੋਈ ਖੇਤਾਂ ਵਿੱਚ ਬਣਾਈ ਫਿਰਦਾ, ਕੋਈ ਜਵਾਲਾਂ ਨੂੰ, ਕੋਈ ਹੋਰ ਪੁੱਠੇ ਚੱਕਰ ਵਿੱਚ ਮਿੱਤਰ ਜੇ ਬਣਾਉਂਦੇ। ਇਹਨਾਂ ਨੇ ਕਰਨਾ ਕੀ ਹੈ? ਕੁਝ ਨਹੀਂ ਕਰਨਾ, ਕਰ ਨਹੀਂ ਸਕਦੇ, ਇਹਨਾਂ ਦੇ ਹੱਥ ਵਿੱਚ ਕੁਝ ਨਹੀਂ। ਮਿੱਤਰ ਕਨੇਰੇ ਕਰ ਸਕੇ ਮੇਰਾ ਦੁੱਖ ਕੱਟਾ, ਕੋਈ ਕਰ ਦੇਣਗੇ, ਮੁਕਤੀ ਕਰ ਦੇਣਗੇ, ਕਰ ਨਹੀਂ ਸਕਦੇ। ਭੁਲੇਖੇ ਨਾਲ ਹੋਰੇ ਪਾਸੇ ਲੱਗ ਰਹੇ। ਸਤਿਗੁਰ ਸਾਜਾ ਛੱਡ ਕੇ ਮਗਵੋ ਮਨ ਹੋਏ ਬੰਦੇ ਦਾ ਬੰਦਾ ਹੋਰੇ ਪਾਸੇ ਕਰਾਹੇ ਪੈ ਰਹੇ ਹਨ। ਪੜ ਪੰਗਤੀ। ਪ੍ਰਭ ਸੁਆਮੀ ਕਾਂਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਮੀਤ ਜਿਹੜੇ ਮਿੱਤਰ ਹੈ ਨਾ, ਮਿੱਤਰ ਪਤੀ ਸਿਰ ਤੇ ਨਾ ਬੀਬੀ ਦੇ ਅਨਰਸ ਹੋ ਜਾਵੇ। ਸਭ ਨੇ ਸਹੁਰੇ ਬੰਨਾ ਸਭ ਮੁਕਲਾਨ, ਸਹੁਰੇ ਘਰ ਜਾਣਾ ਹੈ। ਪਰ ਕਈ ਸਹੁਰੇ ਟੋਈ ਨਾ ਮਿਲੇ, ਪੇਕੇ ਨਾ ਹੀ ਥੋ, ਪਿਰ ਵਾਤਲੀ ਨਾ ਪੁੱਛੀ ਧਨ ਸੁਹਾਗਣ। ਕਹਿੰਦੇ ਵਿਆਹੀ ਸੀ ਸੁਹਾਗਣ ਹੈ, ਸੁਹਾਗਣ। ਪੇਕੇ ਘਰ ਕਹਿੰਦੇ ਭਰਜਾਈਆਂ ਤਾਣੇ ਮਾਰਦੀਆਂ। ਮਾਂ ਪਿਓ ਵੀ ਉਹ ਬੜਾ ਸੀ, ਢੂੰਡ ਕੇ ਤੁਰ ਫਿਰ ਕੇ ਉਹ ਮੁੰਡਾ ਲੱਭਿਆ ਸੀ। ਓਏ ਆ ਬੈਠੀ, ਓਏ ਆ ਬੈਠੀ ਆਇਆ, ਇੰਨਾ ਖਰਚ ਕਰਕੇ ਓਏ ਤੋਰੀ ਸੀ ਘਰੋਂ, ਆ ਬੈਠੀ ਓਏ। ਜੰਮ ਹੋ ਜਾਂਦੇ ਜੰਮ, ਭਾਵੇਂ ਮਾਂ ਪਿਓ ਵੀ ਹੈ। ਆ ਇਸ ਤਰ੍ਹਾਂ ਜੇ ਦੇਵੀ ਦੇਵਿਆਂ ਦੀ ਸੇਵਾ ਕਰੀਏ ਜੰਮ ਵਾਂਗ ਸ਼ਰਾਪ ਦੇਣ ਲੱਗਦੇ। ਕਹਿੰਦੇ ਇਉਂ ਕਰ ਦਿਆਂਗਾ ਮੈਂ ਤੈਨੂੰ। ਜਿਹੜੇ ਸੰਸਾਰਕ ਮਿੱਤਰ ਬਣਾਉਣੇ ਨਾ, ਇਹ ਤਾਂ ਜਾਮ ਚਲੇ ਜਾਣ ਵਾਲੇ ਹਨ, ਇਹ ਸਹਾਇਤਾ ਨਹੀਂ ਕਰ ਸਕਦੇ। ਅਸਲੀ ਸੱਜਣ ਪਰਮਾਤਮਾ ਹੈ, ਉਹਦੇ ਟੇਕ ਲਈਏ, ਹੋਰਾਂ ਨੂੰ ਛੱਡੀਏ। ਜਿਵੇਂ ਇੱਕ ਬੇਉਲਾਦਾ ਰਾਜਾ ਹੈ, ਡੌਂਡੀ ਪਟਵਾਈ ਕਿਸੇ ਪੰਡਤ ਦੇ ਕਹਿਣ ਤੋਂ, ਕੋਈ ਮੂੰਹ ਮੰਗੀ ਮਾਇਆ ਦੇਣ ਤੋਂ ਤੈਨੂੰ ਮੁੰਡਾ ਦੇਵੇ, ਦੇਵੀ ਦੀ ਭੇਟਾ ਕਰੀ, ਤੇਰੇ ਘਰ ਪੁੱਤਰ ਹੋ ਜੂ। ਭੁਲੇਖਾ ਜਿਹਾ ਪਾਤਾ ਰਾਜਾ ਨੇ ਡੌਂਡੀ ਪਟਵਾਈ। ਮੁੰਡਾ 3-4 ਮੁੰਡੇ ਸੀ, ਇੱਕ ਸਾਤਸੰਗੀ ਕੰਮ ਕਰਦਾ ਹੀ ਨਹੀਂ ਕਰਦਾ। ਕਈ ਤਾਂ ਖੁਸ਼ ਹੁੰਦੇ ਮਾਪੇ ਗੁਰੂ ਘਰ ਸੇਵਾ ਕਰਨ ਤੋਂ, ਹਾਂ ਸਾਡਾ ਮੁੰਡਾ ਚੰਗੀ ਲੈਣ ਤੇ ਹੈ। ਕਈ ਬੜੇ ਔਖੇ ਹੁੰਦੇ ਆ। ਇਹਨਾਂ ਆਖਿਆ ਫਾਲਤੂ ਹੈ। ਸਾਹੂਕਾਰ ਨੇ ਮੂੰਹ ਮੰਗੇ ਪੈਸੇ ਮੰਗ ਕੇ ਦੇਤਾ। ਰਾਜੇ ਨੇ ਗ੍ਰਿਫਤਾਰ ਕਮਰੇ 'ਚ ਬੰਦ ਕਰਤਾ ਮੁੰਡੇ ਨੂੰ। ਨੀਂਦ ਕੀ ਪੈਣ ਸੀ? ਸਵਾਲ ਹੈ। ਸਵੇਰੇ ਦੇਵੀ ਦੀ ਭੇਟਾ, ਖੂਨ ਖਰਾਬਾ, ਮੌਤ ਦਾ ਸਵਾਲ ਹੈ। ਸਾਰੀ ਰਾਤ ਡਿੱਕੀ ਗਿਆ, ਇੰਤਜ਼ਾਰ ਕਰੀ ਗਿਆ, ਕੋਈ ਆਇਆ ਨਹੀਂ। ਸਵੇਰੇ ਕੱਢਿਆ, ਲੈ ਚਲੀਏ। ਇਕਲਾ ਕੱਚੇ ਦਾ ਥਾਂ ਸੀ, ਵਿਹੜੇ ਤੇ ਬਾਹਰ 4 ਢੇਰੀਆਂ ਬਣਾ ਲਈਆਂ। ਢੇਰੀ ਇੱਕ ਤੇ ਰੱਖ ਕੇ ਡੂੰਘੇ ਵਿਚਾਰ, ਲੱਤ ਮਾਰ ਕੇ ਢਾਤੀ ਰੋਇਆ ਬੜਾ। ਫਿਰ ਦੂਜੀ ਤੇ ਉਂਗਲੀ ਰੱਖ ਕੇ ਵਿਚਾਰ ਕੇ ਤੇ ਆਇਆ। ਚੌਥੀ ਢੇਰੀ ਤੇ ਹੱਥ ਲਾ ਕੇ ਹੱਸੀ ਜਾਂਦਾ। ਰਾਜਾ ਵੇਖਿਆ, ਉਹ ਬੱਚਾ ਬਜੀਰੋ ਆ ਕੇ ਕਰਦਾ। ਕਹਿੰਦੇ ਬੱਚੇ ਖੇਡਦੇ ਰੇਤੇ ਦਾ ਘਰ, ਕਹਿੰਦੇ
ਉਹ ਤਾਂ ਲੱਤ ਮਾਰ ਕੇ ਭੱਜ ਜਾਂਦੇ ਆ, ਇਹ ਤਾਂ ਬਹੁਤ ਬਿਰਤੀ ਟਿਕਾਉਂਦਾ, ਕੁਝ ਸੋਚਦਾ ਹੈ। ਪੁੱਛਿਆ ਬੇਟਾ ਕੀ ਗੱਲ ਹੈ? ਉਹ ਕਹਿੰਦੇ ਤੂੰ ਆਪਦਾ ਕੰਮ ਕਰ, ਸਪੁੱਤਰ ਵਾਲਾ ਬਣ ਦੇ ਬੇਟਾ। ਨਾ ਨਾ ਤੂੰ ਦੱਸ ਤਾਂ ਸਹੀ। ਕਹਿੰਦੇ ਹਰੀ ਕਮਾਈ ਪਾਈ ਜੀਵ ਦੀ, ਚਾਰ ਟੇਕਾਂ ਆਸਰੇ ਹਨ, ਮਾਂ ਪਿਓ, ਫਿਰ ਰਾਜਾ ਜਿੱਥੇ ਰਾਜਧਾਨ ਵਿੱਚ ਰਹਿ ਰਹੇ ਹਨ ਉਹ ਹੁੰਦਾ ਹੈ, ਫਿਰ ਦੇਵਤੇ ਹੁੰਦੇ ਹਨ, ਚੌਥੇ ਪਰਮਾਤਮਾ ਹੁੰਦਾ ਹੈ। ਤੂੰ ਤਾਂ ਮੈਨੂੰ ਮਾਰ ਲਗੇ, ਮੈਂ ਤੇਰੀ ਢੇਰੀ ਢਾਹ ਕੇ ਰੋਇਆ। ਮੈਂ ਦੇਵੀ ਦੇਵਤੇ ਬੜੇ ਬਣਾਏ, ਕੋਈ ਖੜਿਆ ਹੀ ਨਹੀਂ। ਮਾਂ ਪਿਓ ਦੀ ਢੇਰੀ ਤਾਂ ਪਹਿਲਾਂ ਹੀ ਢਾਹਤੀ, ਉਹ ਬਹੁਤ ਲੋਭੀਆਂ ਵੇਚਤਾ। ਉਹ ਰੱਬ ਦੀ ਢੇਰੀ ਤੇ ਰਾਜਾ ਕਹਿੰਦੇ ਬੱਲੇ ਬੱਲੇ, ਅਸੀਂ ਰਾਜ ਵੇਚੇ ਬੜੇ ਚਤਰ ਹੁੰਦੇ, ਬੜੇ ਹੁਸ਼ਿਆਰ, ਬੜੇ ਪੜ੍ਹੇ ਜਿਹੇ ਹੁੰਦੇ हैं। ਅੱਜ ਤੱਕ ਦਿਮਾਗ ਸਾਡਾ ਆ ਚਾਰ ਢੇਰੀਆਂ ਆਸੇ ਅੱਜ ਤੱਕ ਦਿਮਾਗ ਗੱਲ ਆਈਏ ਨਹੀਂ। ਕਹਿੰਦੇ ਇੰਨਾ ਰੱਬ ਤੇ ਵਿਸ਼ਵਾਸ ਢੇਰੀ ਬਣਾ ਕੇ ਖੁਸ਼ ਹੋ ਰਿਹਾ ਹੈ। ਇਹ ਬੱਚੇ ਨੂੰ ਮਾਰਤਾ ਮੇਰਾ ਤਾਂ ਰਾਜ ਵੀ ਖਤਮ ਹੋ ਜੂ, ਤਬਾਹ ਹੋ ਜਾਊਗਾ। ਕੋਈ ਰੱਬ ਵੱਲੋਂ ਫੁਰਨਾ ਫੁਰਿਆ, ਕਹਿੰਦੇ ਇਸ ਨੂੰ ਰਾਜ ਤਿਲਕ ਦਈਏ। ਪੜ੍ਹਾਇਆ ਪੜੂਆ, ਰਾਜ ਦਾ ਮਾਲਕ ਬਣ ਗਿਆ, ਰੱਬ ਦਾ ਆਸਰਾ ਲੈਣ ਵਾਲਾ ਬੱਚਾ। ਇਸ ਤਰ੍ਹਾਂ ਹੋਰ ਜਿਹੜੀ ਟੇਕ ਹੈ, ਮਨ ਤਨ ਤੇਰੀ ਟੇਕ ਮੇਰੇ ਪਿਆਰੇ, ਮਨ ਤਨ ਤੇਰੀ ਟੇਕ। ਸੱਜੇ ਖੱਬੇ ਦੀ ਮਨੌਤਾਂ ਛੱਡ ਕੇ ਇੱਕੋ ਇੱਕ ਨਾਨਕਾ ਕਰ ਕੇਵਲ ਨਾਮ। ਇੱਥੇ ਨਾਮ ਮਿਲਦਾ, ਨਾਮ ਦੀ ਟੇਕ ਸਾਰ ਤੋਂ ਵੱਡੀ ਹੈ। ਰੱਬ ਨਾਮ ਦੀ ਟੇਕ, ਨਾਮ ਤੇ ਰੱਬ ਇੱਕੇ ਹੈ। ਨਾਨਕ ਕੀ ਬੇਨੰਤੀਆ ਮਹਾਰਾਜ ਸਾਡੀ ਜੋਦੜੀ ਹੈ, ਕਰ ਕਿਰਪਾ ਦੀਜੈ ਨਾਮ। ਮਹਾਰਾਜ ਨਾਮ ਦੇ ਦਿਓ, ਸਾਰ ਤੋਂ ਵੱਡੀ ਚੀਜ਼ ਹੈ। ਭੁੱਖਾਂ ਲੈ ਜਾਂਦੀਆਂ, ਨਾਮ ਬਹੁਤ ਸਾਤਰ ਬਹੁਤ ਸਿਮਰਤੀ ਪੇਖੇ ਸਰ ਪੂਜਨ ਹੀ ਹਰ। ਨਾਨਕ ਨਾਮ ਅਮੋਲ, ਨਾਮ ਤੁਲ ਕਛ ਨਾ ਹੋਵੇ। ਜਿੱਥੇ ਨਾਮ ਆ ਗਿਆ, ਨਾਮੀ ਰੱਬ ਆ ਗਿਆ, ਹੋਰ ਕੀ ਚਾਹੀਦਾ। ਜਿੱਥੇ ਰਾਜਾ ਵਜ਼ੀਰ ਐਲਕਰ ਸਾਰੇ ਆ ਜਾਂਦੇ। ਨਾਮ ਦੇ ਦਿਓ, ਨਾਮ। ਨਾਮ ਬਹੁਤ ਵੱਡੀ ਚੀਜ਼ ਹੈ। ਨਾਮ ਕੇ ਨਾਮ ਨਾ ਸਭ ਦੀਪਾ। ਨਾਮ ਦੇ ਦਿਓ, ਦਇਆ ਕਰੋ। ਨਾਮ ਇੱਕ ਬਹੁਤ ਵੱਡੀ ਚੀਜ਼ ਹੈ। ਰਾਮਚੰਦਰ ਨੇ ਤਰ ਕੇ ਪਤਨ ਵਾਂਗ ਜਾ, ਜਿਵੇਂ ਪੱਤਰੇ ਤਰਦੇ ਪੱਤਰੇ ਬਿਰਦੇ ਆ। ਰਾਮ ਲਿਖ ਲਿਖ ਕੇ ਲੰਕਾ ਦੇ 1400 ਚੌੜਾਂ ਦੇ ਵਿੱਚ ਪੁਲ ਬਣ ਕੇ ਲੰਕਾ ਤੋਂ ਗਿਆ ਸੀ। ਆ ਪੱਤਰਾਂ ਵਾਂਗ ਆਪੇ ਜੁੜ ਗਏ ਨਾਮ ਲਿਖਣ ਤੋਂ। ਨਾਮ ਦੇ ਤੁਲ ਅਵਤਾਰਾਂ ਦੀ ਦਿਹਾਨੀ 16 ਕਲਾ ਸਪੁੰਨ। ਦੁਆਪਰ ਦਾ ਅਵਤਾਰ ਕ੍ਰਿਸ਼ਨ, ਉਹਦੀ ਬਾੜੀ ਦੇ ਨਹੀਂ ਨਾਮ ਤੁਲ ਹੋਈ। ਨਾਲ ਤੁਰਦਾ ਫਿਰਦਾ ਜਾ ਵੜਿਆ। ਆਹ ਗੋਪੀਓ, ਤੁਹਾਡਾ ਕੋਈ ਬਹੁਤ ਚੰਗਾ ਕਰਮ ਹੈ। ਤੁਹਾਡਾ ਭਗਵਾਨ ਪਤੀ, ਬੱਲੇ ਬੱਲੇ ਕ੍ਰਿਸ਼ਨ ਭਗਵਾਨ ਪਤੀ ਹੈ। ਤੁਸੀਂ ਪਿਛਾਂ ਕੋਈ ਚੰਗਾ ਦਾਨ ਕੀਤਾ ਤਾਂ ਕਰਕੇ ਤੁਹਾਡਾ ਪਤੀ ਹੈ। ਹੁਣ ਕੋਈ ਚੰਗਾ ਦਾਨ ਕਰੋ ਜਿਸ ਕਰਕੇ ਅਗਾਂਹ ਨੂੰ ਵੀ ਸੌਖੀ ਸੁਖਾਲੀਆਂ ਰਹਿਣ। ਕੀ ਕਰੀਏ? ਕਹਿੰਦੇ ਦੇਖ ਲਓ, ਇਸੇ ਦਾ ਦਾਨ ਕਰ ਦਿਓ। ਕਹਿੰਦੇ ਚੱਲ ਬਈ, ਦਾਨ ਕਰਤਾ ਗੋਪੀਆਂ ਨੇ ਤੇਰਾ, ਚੱਲ ਲੈ ਚਲਿਆ। ਉਹ ਸੁੰਨਾ ਜਿਹਾ ਹੋ ਗਿਆ, ਸਾਰੀਆਂ ਰੋਣ ਚੀਕ ਝਾੜਾਂ ਮਚਾਉਣ। 1600 ਤੇ ਉੱਤੇ ਸੀਆਂ ਗੋਪੀਆਂ ਗੋਪੀਆਂ। ਉਹ ਤੂੰ ਤਾਂ ਜਦੋਂ ਚੜਾਈ ਕਰਦਾ ਤਾਂ ਵੀ ਤੂੰ ਤਾਂ ਸਾਨੂੰ ਜਿਉਂਦਿਆਂ ਨੂੰ ਹੀ ਰੰਡੀ ਬਣਾਤਾ, ਉਹ ਕਰ ਗਿਆ ਸਾਡਾ ਘਰ ਪੱਟਤਾ। ਕਹਿੰਦੇ ਥੁੱਕ ਕੇ ਛੱਟੀ ਦਾ ਦਾਨ ਕੀਤਾ। ਉਹ ਕਿਸੇ ਬੱਟੇ ਨਾਲ ਦੇ ਦਿਓ। ਕਹਿੰਦੇ ਇਹਦੇ ਬਰਾਬਰ ਸੋਨਾ ਪਾਓ। 1600 ਤੇ ਉੱਤੇ ਸੀਆਂ, 16,000 ਤੋਂ ਵੀ ਉੱਤੇ ਸੀਆਂ। ਗਹਿਣੇ ਬੜੇ ਪਾਏ, ਤੱਕੜੇ ਵਿੱਚ ਬਿਠਾਇਆ, ਪਲੜੇ ਵਿੱਚ ਬਹੁਤ ਗਹਿਣੇ ਹੈ। ਪਰ ਅਵਤਾਰ ਕਰਕੇ ਸੋਨਾ ਬਰਾਬਰ ਨਹੀਂ ਹੋ ਰਿਹਾ। ਰੋਣ ਲੱਗ ਪਈਆਂ, ਓਏ ਬੱਲੇ ਓਏ, ਸਾਡੇ ਕੋਲ ਰੋਣ ਕੋਈ ਨਹੀਂ ਕਹਿਣਾ ਓਏ। ਕ੍ਰਿਸ਼ਨ ਨੇ ਆਪੇ ਇਸ਼ਾਰਾ ਕਰਤਾ। ਕਾਗਜ਼ ਉਹਦਾ ਹੁੰਦਾ ਨਹੀਂ ਸੀ। ਤੁਲਸੀ ਆਦਿ ਭੋਜ ਪੱਤਰਾਂ ਤੇ ਲਿਖਦੇ ਹੁੰਦੇ। ਕਹਿੰਦੇ ਤੁਲਸੀ ਦੇ ਪੱਤਰ ਤੇ ਰਾਮ ਲਿਖ ਦਿਓ, ਨਾਮ ਲਿਖਿਆ।
पलट ते पाया ओ गया उतां, करी संधा पला उतां चुकता। नाम ऐसी चीज़ है, नाम एक बहुत बड़ी चीज़ है। नाम वर्गी कोई चीज़ नहीं। महाराज सच्चे पातशाह सारों तो वड्डी भुखा लाण वाला, तृप्ति देने वाला, लोक लोक सौखा करने वाला, रब नाल मिलाਉਣ नाम है। महाराज कृपा करके सानू नाम दे दियो, खरैत दे दियो। हर मेलो हो स्वामी संग प्रभ, हे गुरु जी स्वामी मालक अकाल पुरख नाल सानू मेल दियो। जिसका निहचल धाम, जिस रब दा अचल काल तो रहत उथे काल दी गरस ने। नानक बद्दा करता जिथे मिरत ना जन्म जरा, मौत नहीं बडेपा ही नहीं। गुर कियो बंधानी, रब विच टिक जाना, खड़ जाना, रूप हो जाना। महापुरुष संत ज्ञानी मोर धर्मात्मा जा एक बेक हो गए। कमाई है, बरकत है। जिस आपदा अचल घर है, स्वरूप आ महाराज वो घर जिथे अचल घर है, काल दी गरस नहीं, ਉਹਦੇ ਵਿੱਚ ਸਾਨੂੰ ਮੇਲੋ। ਚੇਤ ਗੋਬਿੰਦ ਅਰਾਧੀਐ, ਮੰਗਲ ਦੀ ਪੌੜੀ ਪੂਰੀ ਕਰਕੇ ਹੁਣ ਮਹਾਰਾਜ ਚੜਿਆ ਮਹੀਨਾ ਉਹਦੀ ਵਿਚਾਰ ਰੱਖ ਰਹੇ ਨੇ। ਚੇਤ ਗੋਬਿੰਦ ਅਰਾਧੀਐ, ਇਹ ਮਹੀਨਾ ਮਨੁੱਖੇ ਸਰੀਰ ਹੈ ਚੇਤੇ ਕਰਨ ਦਾ। ਤਨ ਚੇਤਨ ਚੇਤਨ ਹੇਤ ਕੀ ਉਹਨੇ ਭੋਗਨ ਹੇਤ ਜਗਦੀਸ਼ ਦੀ ਅਸਾ ਭੋਗਾ ਵਿਰੜ ਗਏ ਤਾਂ ਆਰ ਸੰਗਾਰਾਂ ਵਿੱਚ ਅੰਬਲਾ ਵਿਰੜ ਗਏ ਸੀ ਤਾਂ ਪੁੱਠੇ ਹੋ ਗਏ। ਇਹ ਤਾਂ ਰੱਬ ਨੂੰ ਚੇਤਨਤਾ ਦਿੱਤੀ ਹੈ, ਰੱਬ ਨੂੰ ਚੇਤੇ ਦੇਣ ਚੇਤੇ ਕਰਨ ਵਾਸਤੇ। ਸੰਸਾਰ ਕਿਸੇ ਨੂੰ ਕਿਸੇ ਚੇਤੇ ਕਰਦਾ, ਕੋਈ ਘਰ ਵਾਲੀ ਨੂੰ, ਕੋਈ ਮੁੰਡਿਆਂ ਨੂੰ, ਕੋਈ ਕਿਸੇ ਨੂੰ, ਕੋਈ ਚੇਤੇ ਕਰੀ ਜਾਂਦਾ, ਕੋਈ ਕਿਸੇ ਨੂੰ ਕਰੀ ਜਾਂਦਾ। ਮ੍ਰਿਗਮਿਣ ਪਤੰਗ ਇੱਕ ਕੁੰਚਲ ਬਨਾਸ। ਆ ਪੱਠ ਤੇ ਕੰਡੇ ਹੇੜੀ ਨੂੰ ਯਾਦ ਕਰੀ ਜਾਂਦਾ, ਹਰਨ ਮੋਰ ਦਾ ਖਮ ਘੜੇ ਪਾ ਕੇ ਆ ਸਾ ਲੋਰ ਵਿਚਾਰ ਦਾ ਆ ਕੇ ਬਹਿ ਜਾਂਦਾ, ਮਾਰ ਲੈਂਦੇ ਪਕੜ ਵਾਲੇ। ਉਹ ਭੋਰਾ ਫੁੱਲ ਦੀ ਸੁਗੰਧੀਆਂ ਨੂੰ ਹੀ ਆਨੰਦ ਰੂਪ ਮੰਨੀ ਜਾਂਦਾ ਬੜਾ। ਕੋਈ ਕਿਸੇ ਨੂੰ ਚੇਤੇ ਕਰਦਾ, ਕੋਈ ਕਿਸੇ ਨੂੰ ਚੇਤੇ ਕਰਦਾ, ਵੱਖ ਹੋ ਕੇ ਚੇਤੇ ਕਰਨ ਲੱਗੇ ਹੋਏ ਆ। ਆ ਚਕੋਰਾਂ ਚੰਦਰਮਾ ਨੂੰ, ਚਕਵੇ ਚਕਵੀਆਂ ਆ ਸੂਰਜ ਨੂੰ, ਮੱਛੀ ਪਾਣੀ ਨੂੰ, ਇਸ ਤਰ੍ਹਾਂ ਭਵੱਕੜ ਅੱਗ ਦੀ ਲਾਟ ਨੂੰ ਬੜੇ ਚੇਤੇ ਕਰਦੇ, ਆਪਣੀ ਜਾਨਾਂ ਦੇਈ ਜਾਂਦੇ ਆ। ਮਹਾਰਾਜ ਅਸਲੀ ਫਿਰ ਕਿਹਨੂੰ ਚੇਤੇ ਕਰੀਏ? ਇਹ ਜਿਹੜੇ ਚੇਤੇ ਕਰਦੇ ਮੱਛੀ ਪਾਣੀ ਨੂੰ ਆਦ, ਸਵਾਂਤੀ ਬੂੰਦ ਨੂੰ ਬਦਲ ਪਰਵਾਹ ਨਹੀਂ ਕਰਦਾ। ਪਾਣੀ ਮੱਛੀ ਦੀ ਪਰਵਾਹ ਨਹੀਂ, ਕੋਈ ਪਕੜੇ ਮਾਰੇ ਚਲੇ ਕੁਝ ਕਰੇ। ਕੰਡਾ ਹੇੜੀ ਪਰਵਾਹ ਨਹੀਂ ਕਰਦਾ, ਸਗੋਂ ਮਰਵਾ ਦਿੰਦਾ, ਅੱਗ ਭਵੱਕੜ ਜਾਲ ਦਿੰਦਾ। ਜਿਹੜਾ ਦੁਖਦਾਈ ਨਾ ਬਣੇ, ਸੁੱਖ ਦੇਵੇ, ਦੁੱਖ ਮੇਟੇ, ਫਿਰ ਅਸੀਂ ਕਿਸ ਨੂੰ ਚੇਤੇ ਕਰੀਏ? ਵਿਚਾਰ ਲਓ, ਇਹ ਸੁਖਦਾਈ ਚੀਜ਼ਾਂ ਸੁੱਖ ਦੇ ਦੇਣਗੀਆਂ। ਤਾਂ ਮਹਾਰਾਜ ਕਹਿੰਦੇ ਬਈ ਆਹ ਚੇਤੇ ਕਰੋ, ਫਿਰ ਨਾਲੇ ਕਾਸ਼ਟ ਵੀ ਮੇਟਣਗੇ, ਸੁੱਖ ਹੋਵੇਗਾ। ਚੇਤ ਗੋਬਿੰਦ ਅਰਾਧੀ ਹੈ। ਚੇਤ ਮਹੀਨਾ ਮਨੁੱਖ ਸਰੀਰ ਹੈ, ਇਹਦੇ ਵਿੱਚ ਪਰਮਾਤਮਾ ਨੂੰ ਗੋਬਿੰਦ, ਜੋ ਗੋ ਧਰਤੀ ਬਿੰਦ ਰੱਖਿਆ ਕਰਨ ਵਾਲਾ ਹੈ, ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਚਾਨਣਾ ਦੇ ਰਿਹਾ, ਹੱਥਾਂ ਨੂੰ ਪਕੜ ਸਾਥੀ, ਪੈਰਾਂ ਨੂੰ ਕੰਨਾਂ ਨੂੰ ਸੁਣ ਸਕਦੇ ਦੇ ਰਿਹਾ। ਉਸ ਜੋ ਗੋ ਬਾਣੀ ਦੁਆਰਾ ਬਿੰਦ ਜਾਣ ਯੋਗ ਹੈ ਪਰਮਾਤਮਾ, ਉਸ ਨੂੰ ਚੇਤੇ ਕਰੋ, ਅਰਾਧੋ ਪਰਮਾਤਮਾ ਨੂੰ। ਹੋਵੇ ਆਨੰਦ ਕਣਾ, ਫਿਰ ਬੜਾ ਚੇਤੇ ਕਰਨਾ ਚਾਹੀਦਾ, ਚੇਤੇ ਆਉਣਾ ਚਾਹੀਦਾ। ਚੇਤੇ ਕਰਨ ਦਾ ਬੜਾ ਲਾਭ ਹੈ। ਜਿਵੇਂ ਐਰਾਵਤ ਹਾਥੀ ਨੇ ਕੁਲਛੇਤਰ ਤੇ ਸੁੰਡ ਰਹਿ ਗਈ, ਫੁੱਲ ਜਾਰਪਣ ਕਰਕੇ ਚਿਤ ਪਰਾ ਬਾਣੀ ਰਾਹੀਂ ਗੜ ਚੜੇ ਗੋਬਿੰਦਾਲਾ। ਭਗਵਾਨ ਨੇ ਸੁਦਰਸ਼ ਚੱਕਰ ਤਾਰਾ ਕੱਟਿਆ, ਦ੍ਰੋਪਦੀ ਨੇ ਚੇਤੇ ਕੀਤਾ, ਉਹ ਨੰਗੀ ਕਰ ਗਿਆ ਤੋਂ ਬਾਅਦ ਮਨੁੱਖਾਂ ਦੀ ਸਭਾ ਵਿੱਚ ਅਲਪ ਨੰਗੀ ਕਰਨ ਲੱਗਾ। ਚੇਤੇ ਕੀਤਾ ਭਗਵਾਨ ਨੂੰ, ਸਾੜੀਆਂ ਕੋਈ ਨਾੜੀ ਹੈ ਕਿ ਨਾੜੀਆਂ ਕੋਈ ਸਾੜੀ, ਪਤਾ ਨਹੀਂ ਸਾੜੀਆਂ ਦੀ ਬਣੀ ਨਿਕਲਦੀਆਂ। ਥੱਕੇ ਦੂਤ ਨਾ ਪਾਰ ਪਾਉਣ ਦੀ ਅੰਤ ਨਹੀਂ ਆਂਦਾ। ਇੱਜ਼ਤ ਰੱਖੀ,
ਇਸ ਤਰ੍ਹਾਂ ਮਰਦਾਨੇ ਨੇ ਅਡਵਾਈ ਜੀ ਕਰਦਾ ਸੀਗਾ, ਮੈਂ ਨਹੀਂ ਰਹਿੰਦੇ, ਇਹ ਤਾਂ ਭੁੱਖੇ ਪੈਸੇ ਰਹਿੰਦੇ, ਨਗਰ ਦੇ ਨੇੜੇ ਨੇੜੇ ਰਹਿੰਦੇ ਭੁੱਖੇ ਆ। ਉਹ ਕਹਿੰਦੇ ਬਲਾਵਾਂ ਬੜੇ ਤਾਂ ਉਹ ਕੁਝ, ਮੈਂ ਤਾਂ ਜਾਂਦਾ, ਉੱਠ ਗਿਆ ਆਪੇ ਖੇਡ ਜੇ, ਆ ਗਿਆ ਕੌਡੇ ਰੱਖ ਨੇ ਪਕੜਿਆ, ਕੜਾਹੀ ਸਿੱਟਣ ਲੱਗਿਆ ਸੀਗਾ। ਹਾਏ ਰੱਬਾ ਮਰ ਗਿਆ ਓਏ, ਚੇਤੇ ਕੀਤਾ ਤਾਪਤ ਕੜਾ ਬੁਝ ਗਿਆ ਗੁਰ ਸੇਤਲ ਨਾਮ ਦਿਓ। ਆ ਦੇਖ ਲੈ ਰੱਖਿਆ ਹੋਈ ਕਿ ਨਾ। ਇਸ ਤਰ੍ਹਾਂ ਚੇਤੇ ਕਰਨ ਤੋਂ ਪਰਮਾਤਮਾ ਰੱਖਿਆ ਕਰਦਾ ਹੈ, ਬਹੁਤ ਰੱਖਿਆ ਕਰਦਾ, ਨੇੜੇ ਹੋ ਕੇ ਰੱਖਿਆ ਕਰਦਾ ਹੈ। ਚੇਤੇ ਕੀਤਾ ਕਬੀਰ ਨੇ ਵੀ ਸਿਕੰਦਰ ਬਾਦਸ਼ਾਹ ਬਦਮਾਸ਼ ਗਿਆ ਗਵਾਚਿਆ, ਪਰਬਤਾ ਸੁਣ ਖਾਣ ਕੇ ਡੋਬਣ ਲੱਗਿਆ ਸੀ, ਕਿਉਂਕਿ ਨਹਿਰ ਵਿੱਚ ਮਿਰਗਸ਼ਾਲਾ ਜੀ ਬਣ ਗਈ, ਬੰਦ ਕਰਨੀ ਆਉਂਦਾ ਨਹੀਂ, ਜੇਲ੍ਹ ਵਿੱਚ ਪੈਂਦਾ ਹੀ ਨਹੀਂ। ਨਾਮਦੇਵ ਨੇ ਸਲੇਮ ਸਾਹਿਬ ਬਦ ਮਗਰ ਪੈ ਗਿਆ। ਉਹ ਇੰਨਾ ਜੈਦੇਵ ਜਿਉਂਦਾ ਕੀਤਾ ਵੇ, ਇਹਨਾਂ ਮੁਰਦਾ ਭਗਤ ਬੈਠਿਆ ਸੀ ਨਾਮਦੇਵ, ਉਹ ਜੈਦੇਵ ਚੜ੍ਹਾਈ ਕਰ ਗਿਆ। ਸਮਕਾਲੀ ਭਗਤ ਲਈ ਜਾਂਦੇ ਘਰ ਵਾਲੀ ਨਾਰੇ ਲੈ ਕੇ ਉਹ ਜਿਹਾ ਬਾਤਲ ਪਾ ਕੇ ਨਾਰ ਸਤੀ ਹੋਣ ਨੂੰ ਜਾ ਰਹੀ ਹੈ। ਇਹ ਸਮਾਧੀ ਲਈ ਬੈਠਿਆ ਸੀ ਨਾਮਦੇਵ ਫਾਸਲੇ ਤੇ ਰਸਤੇ ਵਿੱਚ। ਉਹ ਕਹਿੰਦੇ ਮੈਂ ਤਾਂ ਮਰ ਜਾਣਾ, ਸੜ ਜਾਣਾ, ਖਤਮ ਹੋ ਜਾਣਾ, ਇਹਨਾਂ ਨੂੰ ਨਮਸਕਾਰ ਕਰ ਲਈਏ। ਨਮਸਕਾਰ ਕੀਤੀ, ਕੁਦਰਤੀ ਕੋਈ ਪ੍ਰਰਬਧ ਦੀ ਜਾਗੀ, ਉਹਦੀ ਸਮਾਧੀ ਖੁੱਲ ਗਈ। ਦੇਖ ਕੇ ਬਾਤੜੇ ਸੁਹਾਗਵੰਤੀ ਹੋ, ਉਹ ਲਿਆਓ ਭਰਾਵੋ, ਅਰਥੀ ਲਿਆਓ, ਇੱਥੇ ਰੱਖੋ। ਕੀ ਹੈ ਕੀ ਹੈ? ਉਹ ਜੀ ਮੈਂ ਤਾਂ ਰੰਡੀ ਹੋ ਗਈ, ਤੁਸੀਂ ਸੁਹਾਗਵੰਤੀ ਹੋ, ਸੁਹਾਗ ਬਖਸ਼ੋ। ਉਹ ਮੈਂ ਤਾਂ ਉਹੀ ਆਖਿਆ ਸੀ, ਸਾਧੂ ਬੋਲਿਆ ਸਹਿਜ ਭਾਏ, ਸਾਧ ਦਾ ਵਚਨ ਵਿਰਥਾ ਨਾ ਜਾਏ। ਉਹ ਮਹਾਂਪੁਰਖੋ ਤੁਹਾਡੇ ਵਚਨ ਸੋਤੇ ਹੀ ਸਵਲੇ ਹੁੰਦੇ ਆ। ਫਿਰ ਮੈਂ ਬੌੜੀ, ਮੇਰਾ ਸਰੀਰ ਰਾਗ ਵਿੱਚ ਸਭ ਜਲ ਜਿਉਂਦਾ ਕੀਤਾ ਸੀਗਾ। ਸਲੇਮ ਸਾਹਿਬ ਦੀ ਗਊ ਮਰ ਗਈ ਪਿਆਰੀ, ਕਹਿੰਦੇ ਜਿਉਂਦੀ ਕਰ। ਫਿਸਲ ਗਿਆ, ਉਹ ਮਰੀ ਚੀਜ਼ ਨਹੀਂ ਜਿਉਂਦੀ ਹੁੰਦੀ। ਹਮਰਾ ਕਿਹਾ ਕੁਛ ਨਾ ਕਰੇ ਰਾਮ ਹੋਏ ਸੋਏ। ਸਾਡੀ ਗੱਲ ਰੱਬ ਨਹੀਂ ਮੰਨਦਾ, ਤੁਸੀਂ ਭਗਤ ਨਹੀਂ ਕੀਤਾ, ਲੋੜ ਭਗਤਾਂ ਹੈਗੇ। ਉਹ ਜਿਹੜੇ ਮਰ ਬਿਸਮਲ ਹੋ ਗਏ ਨਹੀਂ ਹੁੰਦੀ, ਕਹਿੰਦੇ ਕਰ ਨਹੀਂ ਬਹੁਤ ਮੁਸਲਮਾਨ ਬਣ। ਮਾਂ ਵੀ ਉਹ ਬਣ ਜਾਓ ਮੁਸਲਮਾਨ, ਉਹ ਜਿੰਦ ਬਚਾ ਲੈ, ਨਾ ਤੇਰਾ ਪੁੰਗੜਾ ਨਾ ਤਾਂ ਪਿੰਡ ਪੜਿਆ ਤਾਂ ਹਰ ਗੁਣ ਗਾਏ, ਤੇਰਾ ਸੰਬੰਧ ਨਹੀਂ, ਮੈਨੂੰ ਧਰਮ ਤੇ ਛੱਡਦੀ ਹੈ, ਬੇਧਰਮਾ ਕਰਦੀ ਹੈ ਤੂੰ ਮੇਰੀ ਮਾਂ ਨੇ, ਮੈਂ ਤੇਰਾ ਬੱਚਾ ਹੀ ਨਹੀਂ। ਜਵਾਬ ਦੇਤਾ। ਗਰੜ ਚੜੇ, ਗੜ ਸਵਾਰੀ ਹੈ, ਆਗੇ ਗੋਬਿੰਦ ਰੱਖਿਆ ਕੀਤੀ। ਫਿਰ ਦਿਉਰਾ ਦੋਰੇ ਦੇ ਬਾਹਰ ਕੱਢਤਾ, ਪੰਡਤਾਂ ਨੇ ਰਾਦਰੀ ਕੀਤੀ, ਫੇਰ ਦਿਆ ਦਿਉਰਾ, ਉਹ ਦਿਉਰਾ ਫੇਰਿਆ। ਇਸ ਤਰ੍ਹਾਂ ਜਿੱਥੇ ਵੀ ਜਿਨ੍ਹਾਂ ਨੇ ਚੇਤਿਆ ਹੈ, ਵਾਹਿਗੁਰੂ ਨੇ ਆਪਣੇ ਭਗਤਾਂ ਦਾ ਹਿੱਤ ਰੱਖਣ ਲਈ ਹੇਤੂ ਬਣ ਕੇ ਉਹਨਾਂ ਦੀ ਰੱਖਿਆ ਕੀਤੀ ਹੈ। ਕਰੂਰ ਕਰਮ, ਇਕੱਲੇ ਕੰਮ ਵੀ ਕਰਨ ਦਾ ਰੱਬ ਨਾ ਕਰਨ ਵਾਲੇ ਬਹੁਤ ਕਰੂਰ ਕਰਮ ਹੈ। ਹੋਰ ਜਿਵੇਂ ਹੋਰੇ ਕੰਮ ਜੇ ਹੋਰੇ, ਆਪਣੇ ਪਿਆਰਾਂ ਦਾ ਹਿੱਤ ਰੱਖਣ ਵਾਸਤੇ ਹੇਤ ਬੜਾ ਕਰਦਾ ਕਰੂਰ ਕਰਮ, ਕਠੋਰ ਕਰਮ। ਜਿਵੇਂ ਕ੍ਰਿਸ਼ਨ ਦੁਰਯੋਧਨ ਦੇ ਮਹਿਲ ਮੰਦਰ, ਉਹ ਖੀਰਾਂ ਖੂਰਾਂ ਛੱਡ ਕੇ ਨਾ ਪਾਸਲੇ ਸਰਨੇ ਬਿਦਰ ਦੇ ਛਾਣ ਵਿੱਚ ਜਾ ਵੜਿਆ, ਲੋਣਾ ਸਾਗ ਖਾ ਲਿਆ। ਰਾਮਚੰਦਰ ਰਿਖੀ ਮਹਾਤਮਾ ਦੇ ਭੋਜਨ ਛੱਡ ਕੇ ਰਿਖੀ ਮਹਾਤਮਾ ਦੇ ਸਰਮ, ਉਹ ਭੇਲੋਨੇ ਦੀ ਛਾਣ ਵਿੱਚ ਜਾ ਵੜਿਆ, ਉਹਦੇ ਜੁੱਠੇ ਵੇਰੇ ਖਾ ਲਏ। ਕਰੂਰ ਕਰਮ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਲ ਭਾਗੋ ਦੇ ਬੜੇ ਬੜੇ ਮੰਦਰ, ਬੜੇ ਬੜੇ ਵਿਲਰਾ ਛੱਡ ਕੇ, ਆ ਮੋਰ ਪਾਲੇ ਤਲੇ ਹੋਏ ਮਾਲ ਪੂੜੇ ਖੀਰ ਛੱਡ ਕੇ, ਆ ਭਾਈ ਲਾਲੋ ਦੀ ਛਾਣ ਵਿੱਚ ਜਾ ਬੜੇ। ਕਰਾਈਆ ਕਹਿਣ ਤਾਂ ਵੀ ਕਰੂਰ ਕਰਮ ਹੈ, ਆਪਣੇ ਪਿਆਰਾਂ ਦਾ ਹਿੱਤ ਰੱਖਣ ਦੇ ਪ੍ਰੇਮ ਤੇ। ਇਸ ਤਰ੍ਹਾਂ ਵੀ ਰੱਬ ਕਰ ਦਿੰਦਾ ਹੈ ਚੇਤੇ ਕਰਨ ਤੋਂ। ਹੋਵੇ ਆਨੰਦ ਕਣਾ, ਲਾਭ ਕੀ ਹੈ ਜੀ? ਹੋਵੇ ਘਣਾ ਬਾਹਲਾ ਆਨੰਦ ਹੋਏਗਾ।
ਉਹ ਮੱਛੀ ਨੇ ਨਾ ਕੁੰਡੇ ਵਿੱਚ ਮਾਸ ਬੜੇ ਆਨੰਦ ਮੰਨੀ ਫਿਰਦੀ ਆ। ਉਹ ਹਰਨ ਕਾਂਡਾ ਹੇੜੇ ਵਿੱਚ ਆਨੰਦ ਮੰਨੀ ਫਿਰਦਾ। ਉਹ ਸੱਪ ਬੀਨ ਵਿੱਚ ਆਨੰਦ ਮੰਨਦਾ, ਮਾਰ ਦਿੰਦੇ ਆ। ਇਸ ਤਰ੍ਹਾਂ ਭੰਬੱਕੜ ਅੱਗ ਦੀ ਲਾਟ ਮਰ ਜਾਂਦਾ, ਆਨੰਦ ਹੈ ਉਹ ਕੋਈ? ਉਹ ਤਾਂ ਉਲਟਾ ਹੈ। ਆਨੰਦ ਘਣਾ ਹੋਇਆ, ਆਨੰਦ ਘਣਾ। ਲੋਕਾਂ ਨੇ ਹੋਰੇ ਕੋ ਆਨੰਦੇ ਮੰਨੇ ਹੈ। ਕਹਿੰਦੇ ਸੰਸਾਰ ਉਹਦੇ ਡੱਡੂ ਵਾਂਗ ਜਿਵੇਂ ਹੰਸ ਆ ਖੂਹ ਤੇ ਮਨ ਤੇ ਬੈਠ ਗਿਆ। ਡੱਡੂ ਨੇ ਦੇਖਿਆ, ਤੂੰ ਕੌਣ ਹੈ? ਹੰਸ ਹੈ। ਹੀਰੇ ਮੋਤੀ ਸਾਡੀ ਖੁਰਾਕ ਹੈ। ਕਿਥੇ ਝੀਲ ਤੇ ਕਿੰਨੀ ਕੁ ਉਸੀ ਮਾਰੀ ਆਦ ਵਿਚਾਲੇ ਇੰਨੀ ਹੈ, ਦੂਜੇ ਪਾਸੇ ਮੰਨ ਇੰਨੀ ਹੈ। ਉਹ ਕਹਿੰਦੇ ਤਾਂ ਕੁਛ ਵੀ ਨਹੀਂ, ਉਹ ਤਾਂ ਮੇਲਾਂ ਵਿੱਚ ਹੁੰਦੀ ਹੈ ਬਹੁਤ ਵੱਡੀ, ਹੀਰੇ ਮੋਤੀ ਉੱਥੇ ਬੜੇ ਹੁੰਦੇ ਹੈ। ਉਹ ਜਾ ਵਿੱਚ ਉੱਠਿਆ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਕੋਈ ਬਾਹਰ ਨਿਕਲਿਆ, ਦੇਖਿਆ ਇਸ ਤਰ੍ਹਾਂ ਗ੍ਰਸਤੀਆਂ ਦਾ ਮੰਗਣਾ ਨਾ ਹੋਵੇ, ਮੰਗਣਾ ਹੋ ਜਾਵੇ, ਵਿਆਹ ਨਾ ਹੁੰਦੇ ਵਿਆਹ ਆ ਜਾਵੇ, ਮੁੰਡਾ ਨਾ ਮੁੰਡਾ ਵਿਆਹ ਹੋ ਜਾਵੇ, ਇੰਨੇ ਕੁ ਆਨੰਦ ਮੰਨੇ ਆ। ਉਹਦੇ ਡੱਡੂਆਂ ਆਪਾਂ ਗ੍ਰਸਤੀ ਹਾਂ। ਕੋਈ ਭਜਨਾ ਆਨੰਦੀ ਰੱਬ ਦਾ ਪਿਆਰਾ ਅਭੇਦਤਾ ਦਾ ਆਨੰਦ ਮਾਰ ਲਾ। ਸਾਧੂ ਮਹਾਤਮਾ ਗਜਾ ਕਰਨ ਚਲਾ ਗਿਆ। ਇੱਕ ਮੁੰਡਾ ਟੌਰ ਜਾ ਕੱਢਿਆ ਹੋਇਆ, ਉਹ ਸੰਤ ਜੀ ਸੁਣਿਆ ਵਾਹਿਗੁਰੂ ਦੇ ਭੇਦ ਦਾ ਆਨੰਦ ਹੁੰਦਾ, ਭੇਦ ਦਾ ਭੇਦ ਉਹਦੇ ਮਿਲਣ ਦਾ ਹੁੰਦਾ। ਆਹੋ ਭੇਦ ਦਾ ਹੁੰਦਾ, ਮਿਲਣ ਦਾ। ਅੱਛਾ ਉਹ ਕਿੰਨਾ ਕੁ ਹੈ? ਉਹ ਕਹਿੰਦੇ ਉਹ ਤਾਂ ਬੜਾ ਅੱਛਾ, ਮੰਗਣਾ ਹੋ ਜਾਵੇ, ਵਿਆਹ ਆ ਜਾਵੇ, ਇੰਨਾ ਕੁ ਮੁੰਡਾ ਹੋ ਜਾਵੇ, ਇੰਨਾ ਕੁ। ਉਹ ਕਹਿੰਦੇ ਹੋਏ ਤਾਂ ਮੁੰਡਾ ਤਾਂ ਜਾਂ ਪਿਆ ਉਲਟੇ ਰੰਗ ਜੇ ਜੰਮਿਆ ਸੀ, ਪਿਓ ਨੂੰ ਭਰਾ ਨੂੰ ਮਾਰਤਾ, ਉਹਦਾ ਕੁਝ ਕਰਤਾ ਸਾਧੂ ਮਹਾਤਮਾ। ਉਹ ਖਬਰ ਉਲਟੇ ਨਿਕਲ ਪਿਆ। ਆਹ ਕੋਈ ਸੁੱਖ ਹੈ? ਇਹ ਤਾਂ ਇੰਨੇ ਹੀ ਮੰਨੇ ਹੈ। ਉਹ ਆਨੰਦ ਘਣਾ ਭਜਨਾ ਆਨੰਦ ਆ ਵਿਸਿਆ ਆਨੰਦ ਸੰਸਾਰ ਹੈ। ਭਜਨ ਆਨੰਦ ਹਰਦਾਸ ਬ੍ਰਹਮ ਆਨੰਦ ਜੀਵਨ ਪਈ ਬਾਸਨਾ ਨਾਸ। ਛੰਨਾ ਛੰਨਾ ਪਿਛੇ ਉਹਦੇ ਛੰਨੇ ਚ ਕਾਂਸੀ ਦੇ ਡੁੱਲ ਜਾਂਦਾ ਹੈ, ਗਰਮ ਵੀ ਹੋ ਜਾਂਦਾ ਹੈ, ਉਹ ਪਵਿੱਤਰ ਝੂਠਾ ਵੀ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਆ ਭੋਗ ਭਕਾਰ ਦੇ ਵਿਸ਼ੇ ਆਨੰਦ ਹੈ ਤਾਂ ਛੰਨੇ ਵਾਂਗ ਡੁੱਲ ਵੀ ਜਾਂਦਾ। ਪਤੀ ਇੱਕ ਜਣਾ ਮਰ ਜਾਂਦਾ, ਰੰਡੇ ਪਾ ਜਾਂਦਾ, ਜਾਂ ਪਤੀ ਰੰਡਾ ਹੁੰਦਾ, ਘਰ ਵਾਲੀ ਰੰਡੇ ਹੋ ਜਾਂਦੀ ਹੈ। ਝੂਠਾ ਸਰੀਰ ਝੂਠਾ ਪਵਿੱਤਰ ਜਿਹਾ ਰਹਿੰਦਾ, ਵਾਸਨਾ ਨਾਲ ਲਿਬੜਿਆ ਤਿਬੜਿਆ ਜਾ ਹੈ। ਅਤੇ ਸੁੱਕ ਵੀ ਜਾਂਦਾ, ਸੋਕਾ ਪੈ ਜਾਂਦਾ, ਰੋਗ ਲੱਗ ਜਾਂਦੇ, ਭੋਗਤਾ ਲੋਕ। ਇਹ ਤਾਂ ਇਸ ਤਰ੍ਹਾਂ ਹੈ। ਜਿਹੜਾ ਬ੍ਰਹਮਾ ਆਨੰਦ ਹੈ, ਭਜਨਾ ਆਨੰਦ ਇਸ ਤਰ੍ਹਾਂ ਜਿਵੇਂ ਪਹਾੜਾਂ ਤੇ ਵਰਖਾ ਹੋਵੇ, ਬਰਫ਼ ਢਲੇ, ਨਦੀ ਵਗਦੀ ਹੈ, ਵਗਦੀ ਵਗਦੀ ਜੇ ਵਰਖਾ ਨਾ ਹੋਵੇ ਬੰਦ। ਭਜਨ ਦਾ ਆਨੰਦ ਉਨਾ ਚਿਰ ਹੈ ਜਿੰਨਾ ਚਿਰ ਭਜਨ ਕਰਦਾ ਉਨਾ ਚਿਰ ਆਨੰਦ ਹੈ। ਬਾਅਦ ਵਿੱਚ ਉਹ ਜਿਹਾ ਹੋ ਜਾਂਦਾ ਜਿਵੇਂ ਆਮ ਹੁੰਦੇ ਹਨ। ਜਿਵੇਂ ਜੋਗਾਨੰਦੀ ਮਸ਼ਿੰਦਰ ਬੜਾ 10ਵੇਂ ਦੁਆਰ ਦਾ ਆਨੰਦ ਜਿਹਾ ਮਾਣਦਾ ਸੀ, ਪਰ ਮਨ ਨੇ 10ਵੇਂ ਦੁਆਰ ਡੋਲੇ ਪਿਆ। ਮਿੱਠੀ ਕਹਦਾ ਰਾਜਾ ਹੀ ਅਮਰੂ ਰਾਜਾ ਮਰ ਗਿਆ, ਪਦਮਣੀ ਜੱਤ ਦੀ ਉਹਦੀ ਰਾਣੀ ਸੀ, ਉਹਦੇ ਉਹ ਮਰ ਗਿਆ, ਉਹਦੀ ਦੇਹ ਜਾ ਵੜਿਆ ਰਾਜੇ ਦੀ ਭੋਗਾਂ ਵਾਸਤੇ, ਤਾਂ ਰੁੜ ਗਿਆ। ਇਹ ਤਾਂ ਉੱਤੇ ਤੇ ਚੰਗੇ ਲੱਗਦੇ ਆ। ਜਿਵੇਂ ਤੋਤਾ ਨਾਰ ਤੇ ਫਸ ਜਾਂਦਾ, ਤੋਤੇ ਨੂੰ ਪਕੜਨ ਵਾਸਤੇ ਨਾ ਬਠੜੀ 'ਚ ਪਾਣੀ ਪਾ ਲੈਂਦੇ ਆ, ਇੱਕ ਨੜਾ ਜਿਹਾ ਉੱਤੇ ਪਾ ਲੈਂਦੇ, ਉਹਦੇ ਤਕਲਾ ਵਸਾ ਲੈਂਦੇ ਆ, ਪਾ ਲੈਂਦੇ ਆ। ਉਹ ਅਨਾਰ ਉੱਤੇ ਛਿਲਕਾ ਲਾ ਕੇ ਨੰਗਾ ਜਿਹਾ ਕਰਕੇ ਤਾਗੇ ਨਾਲ ਬੰਨ੍ਹ ਦਿੰਦੇ ਆ। ਉਹ ਭੱਜਿਆ ਆਉਂਦਾ ਹੈ। ਉਹ ਜਿਹੜਾ ਤਕਲਾ ਹੁੰਦਾ ਨਾ ਉਹ ਪੁੱਠਾ ਹੋ ਜਾਂਦਾ, ਤੋਤਾ ਪੁੱਠਾ ਹੋ ਜਾਂਦਾ, ਉਹਨੂੰ ਪਾਣੀ ਦਿੰਦਾ, ਪਾਣੀ ਉਹ ਖੰਭ ਛੱਡਦਾ ਹੀ ਨਹੀਂ। ਬਹੁਤ ਆਪਣੇ ਪੈਰ ਜੇ ਜਮਾਂ ਪਹੁੰਚੇ ਜੇ ਇਹਨਾਂ ਨੂੰ ਪਕ ਲੈਂਦੇ। ਇਸ ਤਰ੍ਹਾਂ ਵਿਸ਼ਿਆਂ ਦਾ ਆਨੰਦ ਰਾਗ ਦੁਵੈਸ ਕੇਲੇ ਹਨ। ਵਿਸ਼ਿਆ ਆਨੰਦ ਨਾਰ ਵਾਂਗ ਹੈ, ਤੋਤੇ ਵਾਂਗ ਫਸ ਜਾਂਦਾ। ਫਿਰ
ਸਾਰੀ ਉਮਰ ਛੱਡਦਾ ਹੀ ਨਹੀਂ, ਵਿਕਾਰਾਂ ਵਿੱਚ ਰੁੜ ਜਾਂਦਾ ਹੈ। ਇਸ ਤਰ੍ਹਾਂ ਵਿਕਾਰ ਆਨੰਦ ਜਿਵੇਂ ਤੋਤਾ ਨਾਰ ਤੇ ਫਾ ਜਾਂਦਾ, ਇਸ ਤਰ੍ਹਾਂ ਰੂਪ ਦੀ ਲਾਟਾਂ ਵੇਖ ਕੇ ਮੱਚ ਜਾਂਦੇ ਹਨ। ਹੋਵੇ ਆਨੰਦ ਘਣਾ, ਬ੍ਰਹਮਾਨੰਦ ਘਣਾ ਆਨੰਦ ਹੈ। ਬ੍ਰਹਮਾ ਤੁਰਿਆ ਆਨੰਦ, ਬ੍ਰਹਮਾਨੰਦ ਤੁਰਿਆ ਤੇ ਵਕਤ ਦਾ ਨਾਮ ਹੈ। ਬ੍ਰਹਮਾਨੰਦ ਦੇ ਪ੍ਰਵਾਹ ਵਿੱਚ ਰੁੜ ਕੇ ਚੱਲ ਕੇ, ਬ੍ਰਹਮਾਨੰਦ ਦੇ ਪ੍ਰਵਾਹ ਵਿੱਚ ਚੱਲ ਕੇ ਭਗਤੀ ਰੂਪ ਨਦੀ ਵੀ ਮਿਲ ਜਾਂਦਾ। ਭਗਤੀ ਨਦੀ ਵਿੱਚ ਮਿਲ ਕੇ ਨਾ ਵਾਹਿਗੁਰੂ ਸਮੁੰਦਰ ਹੈ, ਉਹਦੇ ਜਾ ਮਿਲਿਆ। ਜਿਵੇਂ ਗੰਗਾ ਆਦਿ ਸਮੁੰਦਰ ਮਿਲ ਕੇ ਉਹਦਾ ਰੂਪ ਹੋ ਜਾਂਦੇ, ਇਉਂ ਹੋ ਜਾਂਦੇ। ਉਹ ਕਣਾ ਆਨੰਦ ਤੁਰਿਆ ਤੇ ਦਾ, ਤੁਰਿਆ ਆਨੰਦ ਤਾਂ ਤੁਰਿਆ ਦਾ ਹੈ, ਕਣਾ ਆਨੰਦ ਤਾਂ ਬ੍ਰਹਮਾਨੰਦ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਇਹ ਮਹਾਰਾਜ ਪ੍ਰਾਪਤ ਕਿਵੇਂ ਹੁੰਦਾ? ਜਿਹੜਾ ਬ੍ਰਹਮਾਨੰਦ ਹੈ, ਰਸਨਾ ਨਾਮ ਪਣਾ। ਜਿਵੇਂ ਅੰਨ ਪਾਣੀ ਕੋਈ ਖੁਰਾਕ ਪੰਜੀਰੀ ਖਾਈਏ, ਸਾਰੇ ਸਰੀਰ ਨੂੰ ਹਾਂ ਖੁਰਾਕ ਖਾਧੀ ਹੈ, ਰੋਟੀ ਖਾਈਏ, ਪਤਾ ਲੱਗਦਾ ਭੁੱਖ ਦਾ, ਸਾਰੇ ਚਲੇ ਜਾਂਦਾ ਅੰਨ ਪਾਣੀ। ਇਸ ਤਰ੍ਹਾਂ ਰਸਨਾ ਨਾਲ ਰਸਨਾ ਪ੍ਰਭ ਜੀ ਵਸੈ ਸਾਧ ਕੇ। ਰਸਨਾ ਤੇ ਵਸ ਗਿਆ, ਰਸਨਾ ਤੇ ਫਿਰ ਤਾਂ ਸਾਰੇ ਰਸਨਾ ਜਪਾ ਜਾਪ ਹੋ ਗਿਆ। ਰਸਨਾ ਤੇ ਵਸਨ ਤੋਂ, ਰਸ ਤੋਂ ਫਿਰ ਅੱਗੇ 72,72,202 ਨਾੜੀਆਂ ਐ ਲੰਮੀਆਂ ਲੰਮੀਆਂ। ਬੈਖਰੀ ਬਾਣੀ ਨਾਲ ਸ਼ੁਰੂ ਕੀਤਾ ਬੋਲ ਚਾਲ ਵਿੱਚ, ਫਿਰ ਅੱਗੇ ਮਧਮਾ ਵਿੱਚ ਕੰਠ ਵਿੱਚ ਆ ਗਿਆ, ਫਿਰ ਅੱਗੇ ਬਸੰਤੀ ਬਾਣੀ ਹਿਰਦੇ ਵਿੱਚ, ਹਿਰਦੇ ਮਨ ਰਹਿੰਦਾ, ਮਨ ਵਿੱਚ ਨਾਮ ਚਲਾ ਗਿਆ। ਨਾਮ ਜਾ ਕੇ ਮਨ ਦੇ ਵਿੱਚ 72,72,202 ਨਾੜੀਆਂ ਵਿੱਚ ਚਲਾ ਗਿਆ, ਫਿਰ ਚਾਮੜੀ ਵਿੱਚ ਚਲਾ ਗਿਆ, ਫਿਰ ਰੋਮ ਰੋਮ। ਇੰਨਾ ਜਾਪ ਹੋਣ ਤੋਂ ਬ੍ਰਹਮਾਨੰਦ ਪ੍ਰਾਪਤ ਹੁੰਦਾ ਹੈ। ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਸਮਝ ਕੇ ਉਹਦੇ ਲੜ ਲੱਗੇ, ਨਿਮਰਤਾ ਧਾਰੀ ਗੁਰਾਂ ਦੁਆਰਾ ਅੰਮ੍ਰਿਤ ਛਕ ਕੇ ਜਦ ਜਿਨ੍ਹਾਂ ਨੇ ਪਾ ਲਿਆ, ਪ੍ਰਾਪਤ ਹੋ ਗਿਆ, ਮਹਾਰਾਜ ਦੀ ਕਿਰਪਾ ਹੋ ਗਈ। ਜਪ ਤਪ ਕਰਕੇ ਕਿਵੇਂ ਮਿਲਦਾ ਹੈ? ਕਲਗੀਧਰ ਨੇ ਪੁੱਛਿਆ, ਮਹਾਰਾਜ ਤੁਸੀਂ ਕਿਹੜੀ ਗੱਲ ਤੇ ਖੁਸ਼ ਹੁੰਦੇ ਹੋ? ਕਿਹੜੀ ਗੱਲ ਤੋਂ ਖੁਸ਼ ਹੋ ਕੇ ਬੰਦੇ ਦੇ ਮਹਾਰਾਜ ਕਾਬੂ ਹੋ ਜਾਂਦੇ ਹੋ? ਕਹਿੰਦੇ ਪ੍ਰੇਮ। ਜਿਨ ਪ੍ਰੇਮ ਕਿਉ ਤੇ ਨਹੀਂ ਪਾਇਓ। ਕਹਿੰਦੇ ਪ੍ਰੇਮ ਨਾਲ ਅਸੀਂ ਭਾਈ ਕਾਬੂ ਹੋ ਜਾਂਦੇ ਹਾਂ। ਪ੍ਰੇਮ ਤੋਂ ਬਗੈਰ ਕੋਈ ਵੀ ਚੀਜ਼ ਬਣਦੀ ਨਹੀਂ। ਪ੍ਰੇਮ ਨਾਲ ਕਰੋ, ਸਰਦਾ ਨਾਲ, ਅੱਕਦਾ ਨਹੀਂ ਥੱਕਦਾ ਨਹੀਂ। ਪ੍ਰੇਮ ਇੱਕ ਐਸੀ ਚੀਜ਼ ਹੈ, ਪ੍ਰੇਮ ਇੱਕ ਬੜਾ ਭਾਰੀ ਰਤਨ ਹੈ। ਜਿਹਦੇ ਕੋਲ ਪ੍ਰੇਮ ਰਤਨ ਹੈ, ਬਸ ਉਹਦੇ ਕਲਗੀਧਰ ਕਹਿੰਦੇ ਅਸੀਂ ਉਹਦੇ ਕਾਬੂ ਆ ਜਾਂਦੇ, ਪ੍ਰੇਮ ਦੇ ਬੰਨੇ ਹੋਏ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਰਾਮ ਗਣ ਆਉਂਦੇ, ਰਾਮ ਗਣ ਗਣਾ ਗਿਣੋ ਵਿਚਾਰੋ ਰਾਮ ਗਣ। ਜਿਵੇਂ ਕਾਂਸੇ ਵਿੱਚੋਂ ਬੁੜਾ ਪੁੱਠੇ ਕੰਮ ਕਰਦਾ ਸੀ, ਜਮਦੂ ਓਏ ਆ ਗਏ ਵਾ ਜੂਤ, ਆ ਖੜੇ ਵਾ ਲਟੈਣ ਤੇ, ਉਹ ਆ ਗਏ ਵਾ ਮਰ ਗਏ ਵਾ, ਆ ਗਏ ਵਾ ਜਮਦੂਤ। ਘਰ ਵਾਲੇ ਆਖਣ ਲੱਗੇ ਦਿੰਦੇ, ਉਹ ਤੁਹਾਨੂੰ ਦਿੰਦਾ ਨੇ, ਤੁਸੀਂ ਆ ਬੈਠੇ ਆ, ਉਹ ਆ ਗਏ ਵਾ। ਭੱਜੇ ਭੱਜੇ ਆਏ, ਕਹਿੰਦੇ ਹੋਰ ਤਾਂ ਹੀਲਾ ਕੋਈ ਨਹੀਂ। ਕਬੀਰ ਕੋਲ ਆ ਗਏ, ਕਬੀਰ ਸਾਹਿਬ ਗਏ। ਜਦੋਂ ਗਏ ਜਮ ਤੇ ਉਲਟ ਪਾਏ ਹੈ ਰਾਮ, ਉਹ ਰੂਪ ਬਦਲ ਗਏ, ਰਾਮਗਣ ਹੋ ਗਏ। ਇਸ ਤਰ੍ਹਾਂ ਰੱਬ ਦਾ ਜਪ ਤਾਪ ਕਰ ਦੋ ਪ੍ਰੇਮ ਨਾਲ। ਜਮ ਲੈਣ ਆਣ ਪਾਪੀ ਜਮ ਜਗ ਜਾਣਾ ਨੇ ਕਮਾਇਓ ਪਾਪੀ ਨੂੰ। ਰਸਨਾ ਨਾਲ ਨਾਮ ਵਿੱਚ ਪਾਇਆ, ਪੜ੍ਹਿਆ ਲਿਖਿਆ ਤਾਂ ਬਹੁਤ ਡੁੱਲਿਆ ਹੋਇਆ ਸੀ। ਹੁਣ ਕਿਸੇ ਢੰਗ ਨਾਲ ਕਲਿਆਣ ਕਰ ਸੀ। ਕਹਿੰਦੇ ਇਉਂ ਕਰ, 6 ਮੁੰਡੇ ਤਾਂ ਹੈਗੇ, 7ਵਾਂ ਜੇ ਹੋਇਆ ਨਰਾਇਣ। ਨਰਾਇਣ ਰੱਖੇ ਢੰਗ ਨਾਲ, ਸਾਧੂਆਂ ਨੇ ਕਹਾਇਆ ਰੱਖਿਆ ਹੋਈ ਗਣਕਾ ਨਕੰਮੀ। ਪਿਆਰਾ ਤੋਤਾ ਦੇਣ ਤਾਂ ਸਾਧੂਆਂ ਨੇ ਆਖਿਆ ਨਾਮ ਜਪਾਇਆ ਕਰ। ਸਾਧੂਆਂ ਤੇ ਕਹਿਣ ਤਾਂ ਬਕੁੰਠ ਚਲੇ ਗਈ, ਨਰਕ ਤੋਂ ਬਚ ਗਈ। ਇੱਕ ਖਿਨ ਤਿਸ ਬਿਨ ਜੀਵਣਾ, ਆਖਾਂ ਜੀਵਾਂ ਬਿਸਰੈ ਮਰ ਜਾਓ। ਦੇਖ ਲਓ ਮਹਾਰਾਜ ਨੂੰ ਅਰਦਾਸੀ ਵੀ ਆਖਣ ਲੱਗੀ, ਕਦੇ ਨਹੀਂ ਆਉ ਇਸ ਤਰ੍ਹਾਂ ਹੋਇਆ। ਉਹ ਮਹਾਰਾਜ ਮਹਾਰਾਜ ਸੇਪਾ ਨਨਕਾਣਾ ਸਾਹਿਬ ਨਵਾਬ ਦੇ ਮਾਲਕ ਪਏ, ਉਹ ਬੱਲੇ ਬੱਲੇ ਦਾਸੀ ਠਾਲ ਕੇ ਲਿਆ ਗਈ। ਉਹ ਤਾਂ
ਕੋਈ ਸਨਮੁਖ ਹੈ ਉਹਦਾ ਜਹਾਜ਼ ਬਣੇ ਲਾਉਂਦੇ ਜਾਓ, ਬੱਲੇ ਬੱਲੇ। ਉਹ ਹੋਰ ਤਾਂ ਮਜ਼ਾਕ ਕਰਦੇ ਇਹਨਾਂ ਦਾ। ਸਾਹਿਬਜ਼ਾਦਾ ਪਿਆ ਰਹਿੰਦਾ, ਕੰਮ ਨਹੀਂ ਕਰਦਾ, ਇਉਂ ਫਲਾਣਾ ਹੈ। ਆਹ ਦੱਸ ਇਹ ਵੀ ਕੀ ਕਹਿੰਦੇ ਆ? ਕਹਿੰਦੇ ਸਮੁੰਦਰ ਵਿੱਚ ਗਏ ਤਾਂ ਜਹਾਜ਼ ਬਣੇ ਲਾਉਂਦੇ। ਉਹ ਅਸੀਂ ਗੁਪਤ ਬੜੇ ਕੰਮ ਖਰਾਬ ਕਰ ਦੋ। ਮਾਰ ਕੇ ਕਮਲੀ ਚਾਂਬਲੇ ਦੀ ਗੱਲ ਨਹੀਂ ਸੁਣਦੇ। ਕਮਲੀ ਝਾਲੀ ਤਾਂ ਹੋ ਗਈ, ਬ੍ਰਹਮ ਗਿਆਨ ਹੋ ਗਈ ਸੀ। ਇਸ ਤਰ੍ਹਾਂ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਉਹ ਜਨਿਆਂ ਦਾ, ਜੰਮਿਆਂ ਦਾ। ਜਨਾ ਪੋਠਵਾਰ ਦੀ ਬੋਲੇ ਮਨੁੱਖ ਦਾ। ਕਾਂਸੀ ਵਿੱਚ ਵੀ ਸੰਸਕ੍ਰਿਤ ਜਨਾ ਮਨੁੱਖ ਨੂੰ ਕਹਿੰਦੇ। ਉਹਨਾਂ ਮਨੁੱਖਾਂ ਦਾ ਆਉਣਾਏ ਸ੍ਰਿਟ ਮੈਂ ਬਿਨ ਬੁਝੇ ਪਸ ਢੋਰ, ਆ ਪਸ਼ੂ ਢੋਰ। ਜਿਹੜਾ ਕੋਤਲ ਪਸ਼ੂਆਂ ਦਾ ਖੋਤੇ ਖੋਤੇ ਜੇ ਖੱਚਰਾਂ ਜੀਆਂ, ਪਰਿਵਾਰ ਕੋਤਲ ਹੈ, ਧੀਆਂ ਪੁੱਤਰ ਮੋਹ ਦਾ ਬੋਝਾ ਜਿਹਾ ਢਾਂਦੇ ਹੈ। ਕਬੂ ਰਨ ਜੂਝੇ ਨ ਕਛਦਾ ਜਸ ਨ ਲੈਣ, ਗਾਂ ਵਾਸ ਜਨ ਸੌ ਕਿਨ ਕਹਦੇ। ਮੈਂ ਤਾਂ ਦਾਨ ਪੁੰਨ ਦਾ ਨਾਮ ਹੁੰਦਾ, ਮੈਂ ਤਾਂ ਚੁੱਪਚਾਪ ਰਿਹਾ। ਮੈਨੂੰ ਕਿਵੇਂ ਪਾ ਪੱਕ ਲਿਆ ਜਮਦੂਤਾਂ ਨੇ। ਇਹੋ ਜਿਹੇ ਨਕੰਮੇ ਜੇ ਵੀ ਹੈਗੇ। ਜਲ ਥਲ ਮਹੀਅਲ ਪੂਰਿਆ, ਸਿਗਰਤਾ ਮਾਰਾ ਕਿਉਂ ਕਰੇ? ਜਿਹਦੇ ਜਾਪ ਕਰਨ ਤੋਂ ਬਗੈਰ ਦੁੱਖੇ ਦੁੱਖ ਹੈ, ਮਿੱਤਰ ਮਾਰੇ ਦੁੱਖੇ ਦੁੱਖ ਹੈ। ਉਹ ਰਹਿੰਦਾ ਕਿੱਥੇ ਹੈ? ਜਲ ਥਲ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ। ਮਹੀ ਧਰਤੀ, ਅਲ ਆਕਾਸ਼ ਵਿੱਚ ਵੀ। ਜਲਾਂ ਵਾਂਗ ਇੰਦਰੀਆਂ ਵਿੱਚ ਰਹਿੰਦਾ, ਥਲ ਵਾਂਗ ਦੇਹ ਵਿੱਚ ਵੀ ਰਹਿੰਦਾ, ਅਤੇ ਵਨਾਂ ਵਾਂਗ ਅੰਤ ਕਾਲ ਵਿੱਚ ਵੀ ਰਹਿੰਦਾ। ਉਹ ਪਰਮਾਤਮਾ ਕਾਲ ਪੁਰਖ। ਜਲ ਵਿੱਚ ਦਰਬਤਾ ਭੂਤ ਹੈ, ਥਲਾਂ ਵਿੱਚ ਸਥਿਤੀ ਰੂਪ ਹੈ, ਆਕਾਸ਼ ਵਿੱਚ ਬੇਲ ਰੂਪ ਹੈ ਪਰਮਾਤਮਾ, ਅਤੇ ਚਿਦਾਕਾਸ਼ ਬੇਲ ਰੂਪ ਹੈ। ਹਵਾ ਵਿੱਚ ਨਿਰਲੇਪਤਾ ਹੈ। ਰਵਿਆ ਵਿੱਚ ਬਣਾ, ਉਹ ਤਾਂ ਸਾਰੇ ਵਿਆਪਕ ਹੈ। ਜਲ ਥਲ ਸਾਰੇ ਪਰਮਾਤਮਾ। ਉਹ ਤਾਂ ਮਦਨ ਕੇਸ਼ਵ ਸਾਰੇ ਉਹਦੇ ਬਗੈਰ ਕਿਰਿਆ ਹੋ ਨਹੀਂ ਸਕਦੀ। ਸੋ ਪ੍ਰਭ ਚਿਤ ਨਾ ਆਵਈ, ਉਹ ਪਰਮਾਤਮਾ ਪ੍ਰਤਪਾਲਕ ਰੱਬ ਸੱਚੇ ਪਾਤਸ਼ਾਹ ਯਾਦ ਕਰਦੇ ਰੱਖਿਆ ਕਰਨ ਵਾਲਾ। ਉਹ ਤਤਪਦ ਲੱਗ ਜੇ ਯਾਦ ਨਹੀਂ ਆ ਰਿਹਾ ਚੇਤੇ ਕਰਦੇ ਨਹੀਂ। ਕਿਤੜਾ ਦੁੱਖ ਗਣਾ, ਗਿਣਤੀ ਮਿਹਨਤੀ ਵਿਚਾਰ ਗਿਣਿਆ ਨਹੀਂ ਜਾ ਸਕਦਾ। ਆਤਮ ਪੁਰਾਣ ਇੱਕ ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਕਾਲਾ ਚੋ ਵਿਛੋਂ ਦਾ ਕਾਲਾ। ਰਸਾਇਣੀ ਜਾਂ ਬਣਾਉਣ ਵਾਲੇ, ਸੰਖਿਆ ਮਾਰਨ ਵਾਲੇ, ਉਹ ਪਾਣੀ ਦੀ ਤਹਿ ਦੇ, ਪਾਣੀ ਦੀ ਨਦੀ ਦੇ ਕੰਢਿਆਂ ਤੇ ਖੁੱਡ ਬਣਾ ਕੇ ਰਹਿੰਦਾ। ਖੱਡ ਹੁੰਦੀ ਉਹਦੇ ਖੁੱਡ ਜਿਹੀ, ਉਹ ਬੈਠੇ ਰਹਿੰਦੇ। ਦੇਖਿਆ ਪੱਥਰ ਆਉਂਦੇ ਉਹਦੀ ਖੱਡ ਦੇ ਅੱਗੇ। ਉਹ ਕਹਿੰਦਾ ਉਹ ਮੇਰੀ ਖੱਡ ਕਿੰਨਾ ਡੰਗ ਮਾਰਦਾ, ਪੱਥਰ ਨੂੰ ਸਖੀਆ ਸੁਆ ਬਣਾਉਂਦਾ। ਇਹ ਜਿਹੇ 70,000 ਯਕਦਮ ਇਕੱਠੇ ਡੰਗ ਮਾਰ, ਇੰਨਾ ਮੌਤ ਦਾ ਦੁੱਖ ਹੈ। ਸੰਤ ਦੌਦਰ ਦੇ ਈਸਰ ਸਿੰਘ ਮਹਾਂਪੁਰਖ ਹੋਏ ਹੈ। ਕਹਿਣ ਲੱਗੇ ਭਾਈ ਅਸੀਂ ਪਰ ਲੋਕ ਕਹਿੰਦੇ ਚੰਗੇ ਭਲੇ ਚਿਹਰਾ ਤੁਹਾਡਾ, ਬੋਲ ਨਹੀਂ, ਫਰਕ ਨਹੀਂ, ਕੁਝ ਨਹੀਂ। ਕਹਿੰਦੇ ਸਾਡੇ ਤੋਂ ਕਿਰਪਾ ਹੈ। ਮੌਤ ਦਾ ਦੁੱਖ ਕਹਿੰਦੇ ਕਹਿ ਨਹੀਂ ਸਕਦੇ। ਸਾਡੇ ਤੋਂ ਕਿਰਪਾ। ਸੁਖਮਨੀ ਸਾਹਿਬ ਦੇ 7 ਸੁਖਮਨੀ ਸਾਹਿਬ ਪਾਠ ਕਰਦੇ, ਕਿਰਪਾ ਹੈ। ਉਹ ਦੱਸੋ ਕੀ ਦੱਸੀਏ? ਨਹੀਂ ਦੱਸ ਨਹੀਂ ਸਕਦੇ। ਆਤਮ ਪੁਰਾਣ ਵਾਲਿਆਂ ਨੇ ਅੰਦਾਜ਼ਾ ਲਾਇਆ ਵੀ 70,000 ਬਿੱਛੂ ਇਕੱਠੇ ਡੰਗ, ਇੰਨਾ ਤਕਲੀਫ ਹੈ। ਜਿਵੇਂ ਝਾੜੀਆਂ, ਕੰਡੇ ਵਾਲਿਆਂ ਦੀ ਝਾੜੀਆਂ ਜੀਆਂ, ਇਹ ਝਾੜੀਆਂ ਬੁੱਝੇ ਜੇ ਰੱਸੀ ਨਾਲ ਬਣ ਕੇ ਗੋਲ ਗੋਲ ਜੇ ਕਰਕੇ ਮੂੰਹ ਰਾਹੀਂ ਪਾ ਕੇ ਨਾ ਬੇਟਾ ਨੈਣ ਥਾਈ ਕੱਢੀਏ। ਕਿੰਨਾ ਦੁੱਖ ਹੈ, ਇੰਨਾ ਦੁੱਖ ਹੈ। 4 ਘੜੀ ਪੁੰਨੀ, ਨੇਰਾ ਪੁੰਨੀ ਬਣਨਾ। 4 ਘੜੀ ਬੇਸੁਰਤ ਪੱਥਰ ਜਾ ਉਹਦਾ ਮਨ ਪਿਆ ਰਹਿੰਦਾ। 4 ਘੜੀਆਂ ਬਾਅਦ ਅਕਲ ਜਾਂਦੀ ਤਾਂ ਅੱਗੇ ਪਲੋਕ ਨੂੰ ਜਾਂਦਾ। ਇੰਨਾ ਦੁੱਖ ਹੈ। ਕਿੰਨਾ ਕਹੀਏ, ਗਿਣਤੀ ਮਿਹਨਤ ਤੋਂ ਰਹਿਤ ਹੈ ਜਿਹਨਾਂ ਨੂੰ ਰੱਬ ਚੇਤੇ ਨਹੀਂ ਆਉਂਦਾ। ਜਿਨੀ ਰਾਵਿਆ ਸੋ ਪ੍ਰਭੂ, ਜਿਹਨਾਂ ਰਾਵਿਆ ਉਚਾਰਨ ਕੀਤਾ ਉਹਦਾ ਆਨੰਦ ਮੰਨਿਆ। ਹਾਲਾ ਉਹਨੇ ਮਨੁੱਖ ਸਰੀਰ ਵਿੱਚ ਨਾ ਭਾਗ ਮਣਾ। ਉਹਨਾਂ ਦੇ ਮਨਾਂ ਮੂੰਹ ਸ਼੍ਰੋਮਣੀ ਭਾਗ ਹੈ ਜਿਹੜੇ ਚੇਤੇ ਕਰਦੇ। ਧੰਨ 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 ਜਨ ਧੰਨ ਜਾਣੇ ਜਿਹਨ ਧੰਨ ਪਿਤਾ ਪ੍ਰਧਾਨ ਹੈ। ਜਿਹਨਾਂ ਦੇ ਚੇਤੇ ਆ ਰਿਹਾ ਹੈ ਰੱਬ ਦੇ ਪਿਆਰਿਆਂ ਦੇ, ਬੜਾ ਨਿਤਨੇਮ ਕਰਦੇ, ਬਹੁਤ ਚੇਤੇ ਕਰਦੇ ਆ, ਨਿਰਗ ਸਮਾਧੀਆਂ ਲਾਉਂਦੇ ਹਨ। ਹਰ ਦਰਸ਼ਨ ਕਉ ਮਨ ਲੋਚਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਮਨੁੱਖ ਸਰੀਰ ਹੈ, ਸੁਨਹਿਰੀ ਅਫਸਰ ਹੈ। ਸੱਚੇ ਪਾਤਸ਼ਾਹ ਦਰਸ਼ਨ ਮਨ ਚਾਹੁੰਦਾ।
ਨਾਨਕ ਦਾ ਕਹਾਣੀ ਪਿਆਸ ਹੈ, ਬਹੁਤ ਪਿਆਸ ਹੈ, ਜ਼ਿਆਦਾ ਪਿਆਸ ਹੈ। ਬਾਹਰਲੇ ਪਾਣੀ ਨਾਲ ਤਾਂ ਬਾੜੇ ਦੇ ਤਲੇ ਮਿਟ ਦੋ, ਆ ਜਿਹੜੇ ਦਰਸ਼ਨਾਂ ਦੇ ਤਾਂ ਬਹੁਤ ਪਿਆਸ ਲੱਗੀ ਹੈ, ਬਹੁਤ ਜ਼ਿਆਦਾ ਹੀ ਹੈ। ਕਿਰਪਾ ਕਰੋ ਦਰਸ਼ਨ ਦੇ ਕੇ ਪਿਆਸ ਬੁਝਾਓ। ਪਿਆਸ ਲੱਗੀ ਸੀ ਭਾਗ ਪਰੇ ਨੂੰ, ਕਸ਼ਮੀਰ ਭੁੱਖੀ ਪਿਆਸੀ ਆ ਬੋੜੇ ਨਾ ਜਿਉਂ ਜਪ ਤਪ ਕੀਤਾ, ਪਾਣੀ ਰੂਪ ਕੇ 6 ਪਾਤਸ਼ਾਹ ਨੇ ਦਰਸ਼ਨ ਦਿੱਤੇ। ਪਿਆਸ ਲਗੀ ਆਗਰੇ ਵਾਲੀ ਬੀਬੀ ਕੁਸੰਗੇ ਤੇ ਵਿਆਹੀ ਹੋਈ, ਪਾਣੀ ਲੈ ਕੇ ਮਹਾਰਾਜ ਅੰਤਰਜਾਮੀ ਹੋ ਜਾਣੀ ਜਾਣ ਹੋ ਹਿੰਜੂ ਬਹਾਂਦੀ ਅਰਦਾਸ ਕਰਦੀ, ਮੈਨੂੰ ਘਰ ਵੀ ਦਰਸ਼ਨ ਦੇ ਦਿਓ। ਉਹਦੀ ਦਰਸ਼ਨ ਦੀ ਪਿਆਸ ਲਗੀ ਹੋਈ 6 ਪਾਤਸ਼ਾਹ ਨੇ ਆ ਗਏ, ਮਾਂ ਕੀ ਮੰਗਦੀ ਹੈ, ਇੱਛਾ ਪੂਰੀ ਕੀਤੀ। ਦਰਸ਼ਨ ਦੀ ਪਿਆਸ ਹਰਮਤ ਸਾਧੂ ਨੂੰ ਲੱਗੀ ਸੀ। ਉਹ ਵੇਖ ਲਓ ਕਿੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਬਖਸ਼ੇ। ਉਹ ਪਿਆਸ ਲੱਗੀ ਸੀ ਸਿਵਨਾਭ ਰਾਜੇ ਨੂੰ, ਰਾਜ ਭਾਗ ਛੱਡਦਾ ਸਾਰਾ ਕੁਝ, ਮਨ ਮੋਰ ਪੈ ਕੇ ਮਿਲੋ ਹੋਏ ਕਨਕੋਰ ਬੱਦਲ ਵਾਂਗ ਦਰਸ਼ਨ ਦਿੱਤੇ। ਮਹਾਰਾਜ ਪਿਆਸ ਆਪਦੇ ਦਰਸ਼ਨਾਂ ਦੀ ਪਿਆਸ ਹੈ, ਕਿਰਪਾ ਕਰੋ, ਰਹਿਮਦਿਲੀ ਕਰੋ, ਦਇਆ ਕਰੋ, ਤ੍ਰਿਪਤ ਦੇ ਦਿਓ, ਦਰਸ਼ਨ ਦੇ ਦਿਓ। ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਜਨਮ ਜਨਮ ਕਾ ਵਿਸ਼ਾ। ਜਦੋਂ ਦਰਸ਼ਨ ਹੋ ਗਏ ਬਸ ਸਾਰੀ ਭੁੱਖਾਂ ਲੈ ਜਾ, ਦਰਸ਼ਨ ਹੋ ਗਏ, ਜਨਮ ਮਰਨ ਦੀ ਨਿਵਰਤੀ ਹੈ। ਮਹਾਰਾਜ ਦਰਸ਼ਨ ਰੂਪੀ ਜਲ ਦੇ ਕੇ ਨਾ ਆਸ ਪਿਆਸੀ ਫਿਰ ਕਹਤਾ ਹੀ ਕਰ ਦਿਓ ਕਿਰਪਾ। ਚੇਤ ਮਿਲਾਏ ਸੋ ਪ੍ਰਭੂ, ਚੇਤ ਦਾ ਮਹੀਨਾ ਮਨੁੱਖ ਸਰੀਰ ਹੈ, ਇਹਦੇ ਵਿੱਚ ਜਿਹੜਾ ਕੋਈ ਸਾਨੂੰ ਮਿਲਾਵੇ ਸੰਗਤ ਤੋਂ ਬਚਾ ਕੇ, ਗੁਰਾਂ ਨੂੰ ਸਮਾਧੀ ਤੇ ਥਾਨ ਕਰਕੇ, ਸਾਨੂੰ ਸੰਸਾਰ ਤੋਂ ਬਚਾ ਕੇ, ਸਾਵਧਾਨ ਕਰਕੇ, ਗੁਰਾਂ ਨੂੰ ਸਮਾਧੀ ਤੋਂ ਥਾਨ ਕਰਕੇ ਸਾਨੂੰ ਸੰਸਾਰਕਾਰ ਬਿਰਤ ਬਰਮ ਵਰਗ ਮਿਲਾਵੇ। ਕੋਈ ਜਨ ਹਰਸੋਂ ਦੇਵੈ ਜੋਰ, ਚਰਨ ਕੋ ਬੋਕੋ ਸੁਭ ਦਿਜੈ ਪ੍ਰਾਣ ਅਕੋਰ। ਭੇਟਾ ਕਰਦੀ ਮਿਲਾਵੇ ਸਾਨੂੰ, ਤਿਸ ਕੈ ਪਾਏ ਲਗਾ। ਚਰਨੀ ਲੱਗੀਏ ਜਿਹੜਾ ਮਿਲਾ ਦੇਵੇ। ਸੋ ਇਸੇ ਥਾਂ ਤੇ 4 ਵਿਸਾਖ 18 ਤਰੀਕ 6 ਵਿਸਾਖ 18 ਤਰੀਕ ਅਗਲਾ ਮਹੀਨਾ ਅੰਮ੍ਰਿਤ ਦਾ ਵਾਟਾ ਇੱਥੇ ਹੋ ਰਿਹਾ। ਇਸੇ ਥਾਂ ਵਿਸਾਖੀ ਦੀ ਖੁਸ਼ੀਆਂ ਵਿੱਚ, ਵਿਸਾਖੀ ਦੇ 2-3 ਦਿਨ ਬਾਅਦ ਐਤਵਾਰ ਨੂੰ ਹੋਵੇਗਾ। ਜਿਹਨਾਂ ਦੇ ਮਨ ਬਣੇ ਹੋਏ ਹਨ ਪਹਿਰੇਦਾਰਾਂ ਕੋਲ ਕਾਪੀਆਂ ਹੈ, ਉੱਥੇ ਨਾਂ ਲਿਖਾ ਲਓ। ਜਿਹਨਾਂ ਦੇ ਮਾਂ ਬਣੇ ਮਨ ਬਣਾਓ। ਬੜੀ ਦੂਰ ਤੋਂ ਆਈਆਂ ਸੰਗਤਾਂ, ਅਲੌਸਮੈਂਟਾਂ ਕਰੋ। ਅੰਮ੍ਰਿਤ ਛਕਣਾ ਛਕਾਉਣਾ ਸਭ ਤੋਂ ਵੱਡਾ ਕੰਮ ਹੈ, ਬਹੁਤ ਵੱਡਾ ਪੁੰਨਦਾਨ ਹੈ। ਅੰਮ੍ਰਿਤ ਦੀ ਦਾਤ ਛਕਾਣੀ, ਅੰਮ੍ਰਿਤ ਛਕ ਕੇ ਇੱਕ ਸ੍ਰੇਸ਼ਟ ਸਿਹਤ ਮਿਲਦੀ, ਰਸਤਾ ਬਹੁਤ ਵਧੀਆ। ਜਪ ਤਪ ਕਰਕੇ ਰੱਬ ਦੀ ਪ੍ਰਾਪਤੀ ਦਾ ਰਸਤਾ ਪੱਧਰ ਰਸਤਾ ਹੈ। ਕੋਈ ਇੱਕ ਰਹਿਤ ਹੋ ਗਈ, ਮਨ ਦੇ ਚੋਰ ਨਾ ਬਣੀ, ਅੱਗੇ ਸਖਤ ਸਜ਼ਾਵਾਂ ਹਨ। ਰਹਿਤ ਇੱਕ ਬਹੁਤ ਮਾੜੀ ਚੀਜ਼ ਹੈ, ਬਖਸ਼ ਨਹੀਂ ਜਾਂਦਾ। ਕਕਾਰ ਵਧਾਤੇ, ਮਹਾਰਾਜ ਦਾ ਅੰਮ੍ਰਿਤ ਛਕ ਕੇ ਇੱਕ ਪਰ ਬੇਪਰਵਾਹ ਕਰਦੀ ਕਕਾਰ ਗ੍ਰਹਿਣ ਕਰ ਲਈਏ। ਉਹ ਕੋਰੇ ਬੈਠੇ ਐ ਅੰਮ੍ਰਿਤ ਛਕਣ ਵਾਲੇ, ਮਨ ਬਣਾਉਂਦੇ ਹੀ ਨਹੀਂ, ਕਹਿੰਦੇ ਸਾਨੂੰ ਕਿਸੇ ਨੇ ਆਖਿਆ ਹੀ ਨਹੀਂ। ਬੱਲੇ ਬੱਲੇ ਕਰਨਗੇ ਧਰ ਜੀ, ਆਪ ਅੰਮ੍ਰਿਤ ਛਕਾ ਕੇ ਪਰਿਵਾਰ ਨੂੰ ਛਕਾ ਕੇ ਸੇਧ ਦੇ ਰਹੇ ਆ। ਹੋਰ ਤੁਹਾਨੂੰ ਇੱਕ ਵੀ ਕਹਿੰਦੇ ਮੈਨੂੰ ਕਿਸੇ ਨੇ ਆਖਿਆ ਹੀ ਨਹੀਂ। ਬੱਲੇ ਬੱਲੇ ਇਹ ਜਿਹੇ ਵੀ ਹੈਗੇ। ਅੰਮ੍ਰਿਤ ਛਕੇ ਛਕਾਈਏ। ਆਈ ਸੰਗਤ ਦਾ ਧੰਨਵਾਦ। ਇੱਥੇ ਹੀ ਸਮਾਪਤੀ। ਲੰਗਰ ਤਿਆਰ ਹਨ, ਜਿਹਨਾਂ ਛਕ ਲਿਆ ਠੀਕ ਹੈ। ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨ। ਤਹਿ ਦਿਲੋਂ ਸੰਗਤ ਬੜੀ ਚੀਜ਼ ਹੈ। ਦਿਓ ਸੱਜਣ ਸਿਸੜੀਆਂ ਜੋ ਹੋਵੇ ਸਾਹਸਿਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਆਸ।